ਮਾਨ ਸਾਹਿਬ ਨੇ 25,000 ਨੌਕਰੀ ਕੱਢੀ है ਉਹਦੇ ਵਿੱਚ ਮੈਨੂੰ ਲੱਗਦਾ ਪੰਜਾਬ ਦੇ ਜਿਹੜੇ ਨੌਜਵਾਨ ਜਿਹੜੇ ਬੱਚੇ ਮੇਰੀਆਂ ਭੈਣਾਂ ਜਾਂ ਮੇਰੇ ਵੀਰ ਆ ਉਹਨਾਂ ਨੂੰ ਬਹੁਤ ਵੱਡਾ ਅਸਰ ਹੈ। ਪਵਿੱਤਰ ਗੁਟਕਾ ਸਾਹਿਬ ਅੱਜ ਵੜ ਕੇ ਸਹੁੰ ਖਾਧੀ ਸੀ ਕੈਪਟਨ ਅਮਰਿੰਦਰ ਸਿੰਘ ਨੇ। ਲੋਕਾਂ ਨੇ ਉਹਦੇ 'ਤੇ ਵਿਸ਼ਵਾਸ ਕੀਤਾ ਪਰ ਉਸ ਇਨਸਾਨ ਨੇ 2017 ਤੋਂ ਬਾਅਦ ਲੋਕਾਂ ਨਾਲ ਧੋਖਾ ਕੀਤਾ, ਲੋਕਾਂ ਨੂੰ ਪੌਣੇ 5 ਸਾਲ ਬੇਵਕੂਫ ਬਣਾਇਆ। ਕਿਸੇ ਵੀ ਇੱਕ ਬੰਦੇ ਦੀ ਸਰਕਾਰੀ ਨੌਕਰੀ ਜਲੰਧਰ ਵਿੱਚ ਨਹੀਂ ਲੱਗੀ ਮੇਰੇ ਹਲਕੇ ਦੇ ਵਿੱਚ। ਇਹ ਅਸੀਂ ਸਾਰੇ ਜੀ ਪਰਿਵਾਰ ਘਰ ਦੇ ਛੋਟੇ ਬ੍ਰਦਰ, ਮੈਂ, ਮੇਰੀ ਮਦਰ, ਮੇਰੇ ਫਾਦਰ, ਅਸੀਂ ਫੁੱਟਬਾਲ ਸਟਿਚ ਕਰਦੇ ਸੀ ਕਿ ਇੱਕ ਦਿਨ ਦੇ ਵਿੱਚ ਸਾਰੇ ਜਣੇ ਕੰਮ ਕਰਨ ਤੋਂ ਬਾਅਦ ਕੋਈ 125 ਰੁਪਏ ਬੰਦਾ ਸੀ। ਮੇਰੇ ਫਾਦਰ ਉੱਤੇ ਬਹੁਤ ਵੱਡਾ ਅਟੈਕ ਕੀਤਾ ਉਹਨਾਂ ਨੇ। ਮੇਰੇ ਫਾਦਰ ਦਾ ਮਰਡਰ ਕਰਕੇ ਉਹਨਾਂ ਨੇ ਇੱਕ ਹਿਸਾਬ ਦਾ ਸੜ ਦਿੱਤਾ ਸੀ। ਜਿਹੜਾ ਕਮਰਾ ਸੀ ਘਰ ਦਾ ਇੱਕੋ ਹੀ ਕਮਰਾ ਸੀ, ਉਸੇ ਕਮਰੇ 'ਚ ਰਸੋਈ ਸੀ, ਉਸੇ ਕਮਰੇ 'ਚ ਚਾਰੋਂ ਬ੍ਰਦਰ ਸੌਂਦੇ ਸੀ, ਉਸੇ ਕਮਰੇ 'ਚ ਫਾਦਰ ਸੀ, ਉਸੇ ਕਮਰੇ 'ਚ ਮਦਰ ਸੀ। ਇੱਕੋ ਹੀ ਕਮਰਾ 14x14 ਦਾ ਬਾਲਿਆਂ ਵਾਲਾ। ਮੈਂ ਅੱਜ ਵੀ ਉਹ ਘਰ ਰੱਖਿਆ, ਮੈਂ ਸੇਲ ਨਹੀਂ ਕੀਤਾ ਅਜੇ ਤੱਕ ਉਹ ਘਰ। ਮੈਂ ਜਿੰਨੀ ਦੇਰ ਵੀ ਇਸ ਕੁਰਸੀ ਤੇ ਬੈਠਾਂਗਾ ਲੋਕਾਂ ਲਈ ਚੰਗਾ ਜ਼ਰੂਰ ਬਣਾਂਗਾ, ਇੱਕ ਚੰਗਾ ਇਨਸਾਨ ਬਣ ਕੇ ਜ਼ਰੂਰ ਜਾਊਂਗਾ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ ਸਾਰਿਆਂ ਦਾ ਪੰਜਾਬ ਟੁਡੇ ਦੇ ਵਿੱਚ। ਤੇ ਲਗਾਤਾਰ ਜਿਹੜੀ ਹੈ ਐਮਐਲਏਜ਼ ਨੂੰ ਮਿਲਾਉਣ ਦੀ ਸੀਰੀਜ਼ ਜਿਹੜੀ ਹੈ ਸਾਡੀ ਜਾਰੀ ਨੇ। ਤੇ ਅੱਜ ਤੁਹਾਡੀ ਮੁਲਾਕਾਤ ਕਰਾਉਂਦੇ ਆ ਜਲੰਧਰ ਵੈਸਟ ਤੋਂ ਐਮਐਲਏ ਸ਼ੀਤਲ ਅਨੁਰਗਾਲ ਜੀ। ਸਰ ਸਤਿ ਸ਼੍ਰੀ ਅਕਾਲ, ਸਵਾਗਤ ਹੈ ਤੁਹਾਡਾ ਪੰਜਾਬ ਟੁਡੇ ਦੇ ਵਿੱਚ। ਬਹੁਤ ਬਹੁਤ ਧੰਨਵਾਦ ਜੀ। ਪੰਜਾਬ ਟੂਡੇ ਦੇ ਜਿੰਨੇ ਵੀ ਸੋਤੇ ਉਹਨਾਂ ਨੂੰ ਮੇਰਾ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸ਼ੀਤਲ ਜੀ ਪਹਿਲੀ ਵਾਰ ਐਮਐਲਏ ਬਣੇ ਹੋ, ਅਸੀਂ ਇਸ ਵਾਰੀ ਬਹੁਤ ਨਵੇਂ ਸਾਰੇ ਵਿਧਾਇਕ ਦੇਖੇ। ਕਿੰਨੀ ਕੀ ਖੁਸ਼ੀ ਤੁਹਾਨੂੰ ਹੋਈ ਤੇ ਕਿੰਨੇ ਨਵੇਂ ਚਿਹਰੇ ਤੁਸੀਂ ਦੇਖ ਕੇ ਆਪ ਤੁਹਾਨੂੰ ਲੱਗਿਆ ਕਿ ਹੁਣ ਯੂਥ ਅੱਗੇ ਆ ਰਿਹਾ ਹੈ? ਬਹੁਤ ਵਧੀਆ ਲੱਗਦਾ ਜੀ, ਕਿਉਂਕਿ ਪੰਜਾਬ ਦੀ ਜਿਹੜੀ ਸਭ ਤੋਂ ਵੱਡੀ ਪੰਚਾਇਤ ਹੈ ਉਸ ਦਾ ਮੈਂਬਰ ਬਣਨਾ ਲੋਕਾਂ ਨੇ ਚੁਣ ਕੇ ਭੇਜਿਆ। ਪਰ ਪੰਜਾਬ ਦੇ ਲੋਕਾਂ ਨੇ ਬਹੁਤ ਵੱਡਾ ਫਤਵਾ ਦਿੱਤਾ ਕਿ ਜਿਹੜਾ 92 ਐਮਐਲਏ ਬਣਿਆ ਸੀ ਪੰਜਾਬ ਦੇ ਵਿੱਚ, ਕਿ ਆਮ ਆਦਮੀ ਪਾਰਟੀ ਉੱਤੇ ਲੋਕਾਂ ਨੇ ਬਹੁਤ ਵੱਡਾ ਵਿਸ਼ਵਾਸ ਕੀਤਾ ਕਿ ਅਸੀਂ ਜਿਹੜੇ ਵਾਅਦੇ ਅਸੀਂ ਲੈ ਕੇ ਗਏ ਸੀ, ਜਿਹੜੀਆਂ ਅਸੀਂ ਗਰੰਟੀਆਂ ਦਿੱਤੀਆਂ ਉਹਨਾਂ ਨੂੰ, ਅਸੀਂ ਉਹਨਾਂ ਦੇ ਉੱਤੇ ਕੰਮ ਕਰਨ ਦੀ ਪੂਰੀ ਕੋਸ਼ਿਸ਼ ਕਰ ਦਿੱਤੀ ਹੈ। ਬਹੁਤ ਜਲਦੀ ਉੱਤੇ ਖਰਾ ਉਤਰਨ ਦੀ ਕੋਸ਼ਿਸ਼ ਕਰਾਂਗੇ। ਪਰ ਪੰਜਾਬ ਦੇ ਲੋਕਾਂ ਨੇ ਬਹੁਤ ਵੱਡਾ ਵਿਸ਼ਵਾਸ ਕੀਤਾ ਆਮ ਆਦਮੀ ਪਾਰਟੀ 'ਤੇ। ਰਾਜਨੀਤੀ ਦੀ ਸ਼ੁਰੂਆਤ ਕਦੋਂ ਹੋਈ? ਮਤਲਬ ਸ਼ੁਰੂ ਤੋਂ ਹੀ ਸੀਗਾ ਕਿ ਰਾਜਨੀਤੀ ਦੇ ਵਿੱਚ ਜਾਣਾ ਹੈ, ਜਾਂ ਫਿਰ ਇੱਕ ਪਾਸੇ ਹੁੰਦਾ ਨਾ ਕਿ ਅਸੀਂ ਬਾਅਦ ਵਿੱਚ ਕਿਸੇ ਨੂੰ ਦੇਖ ਕੇ ਇੰਸਪਾਇਰ ਹੁੰਦੇ ਹਾਂ? ਮੈਂ ਜੀ ਵਕਤ ਮਾੜੇ ਦੇ ਮੇਰੇ ਪਰਿਵਾਰ ਦੇ ਉੱਤੇ ਬਹੁਤ ਜ਼ਿਆਦਾ ਮਤਲਬ ਕਿ ਤਸ਼ੱਦਦ ਕੀਤੀ, ਮੇਰੇ ਪਰਿਵਾਰ ਨੂੰ ਬਹੁਤ ਜ਼ਿਆਦਾ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕੀਤੀ। ਉਸ ਚੀਜ਼ ਨੂੰ ਜਿੱਦ ਫੜ ਕੇ ਮੈਂ ਰਾਜਨੀਤੀ ਦੇ ਅੱਗੇ ਵਧਦਾ ਗਿਆ ਕਿ ਮੇਰੇ ਪਰਿਵਾਰ ਦੇ ਉੱਤੇ ਪਿਛਲੇ 21 ਸਾਲ ਪਹਿਲੇ ਮੇਰੇ ਪਰਿਵਾਰ ਨੂੰ ਬਹੁਤ ਵੱਡੀ ਇੱਕ ਮੁਸੀਬਤ ਦੇ ਵਿੱਚ ਫਸਾ ਕੇ ਮੇਰੇ ਫਾਦਰ ਦਾ ਮਰਡਰ ਕਰਨ ਦੀ ਕੋਸ਼ਿਸ਼ ਕੀਤੀ ਗਈ। ਉਹਨੂੰ ਦੇਖ ਕੇ ਮੈਂ ਰਾਜਨੀਤੀ ਵਿੱਚ ਆਇਆ। ਉਸ ਟਾਈਮ ਮੇਰੀ ਏਜ ਵੀ ਬਹੁਤ ਥੋੜ੍ਹੀ ਸੀ, ਮੈਂ 20 ਸਾਲ ਦਾ ਸੀ ਉਸ ਟਾਈਮ। ਸਾਰਾ ਮੈਂ ਕੱਲ 2003 ਦੀ ਗੱਲ ਕਰ ਰਿਹਾ। ਉਸ ਟਾਈਮ ਮਨ 'ਚ ਸੋਚ ਲਿਆ ਕਿ ਯਾਰ ਨਹੀਂ, ਰਾਜਨੀਤੀ ਜਾਣਾ। ਉਹਦੇ ਤੋਂ ਬਾਅਦ ਮਨ ਬਣਾਇਆ ਰਾਜਨੀਤੀ ਜਾਣ ਦੇ ਵਿੱਚ। ਅੱਛਾ, ਇਨਸਾਫ ਦਿਲਾਉਣ ਦੇ ਲਈ ਤੁਸੀਂ ਕਿਹਾ ਕਿ ਤਸ਼ੱਦਦ ਕੀਤੀ ਗਈ, ਤੇ ਤੁਸੀਂ ਕਦੇ ਸੋਚਿਆ ਨਹੀਂ ਕਿ ਕੋਈ ਹੋਰ ਪ੍ਰੋਫੈਸ਼ਨ ਲਿੱਤਾ ਜਾਵੇ? ਕਿਉਂਕਿ ਇੱਕ ਬਹੁਤ ਡਿਫਿਕਲਟ ਰਹਿੰਦਾ ਹੈ, ਅਸੀਂ ਦੇਖਦੇ ਹਾਂ ਪੋਲੀਟਿਕਸ ਇਜ਼ ਨਾਟ ਈਜ਼ੀ। ਪਰ ਇਹਦੇ ਵਿੱਚ ਇਸ ਕਰਕੇ ਮਾਇਆ ਜੀ ਹੋਰ ਕੋਈ ਰਸਤਾ ਹੀ ਨਹੀਂ ਹੈਗਾ। ਜਦ ਤੱਕ ਜਿਹਦਾ ਪੋਲੀਟੀਕਲ ਬੰਦਾ ਜਿਹੜਾ ਕੁਰਸੀ 'ਤੇ ਬੈਠਾ ਹੁੰਦਾ ਉਹਦੀ ਚੱਲਦੀ ਹੈ। ਕੋਈ ਭਾਵੇਂ ਤੁਸੀਂ ਵੱਡਾ ਕਿਤੇ ਅਫਸਰ ਬਣ ਜਾਵੇ ਨਾ, ਸ਼ਾਇਦ ਲੋਕ ਪੋਲੀਟੀਕਲ ਬੰਦਾ ਮਤਲਬ ਕਿ ਉਹ ਜਾ ਕੇ ਕੰਮ ਕਰਵਾਉਣ ਦੀ ਕਿਸੇ ਅਫਸਰ ਕੋਲ ਜਾਵੇ, ਜਿਸ ਟਾਈਮ ਉਹ ਅਫਸਰ ਦੀ ਕੁਰਸੀ 'ਤੇ ਬੈਠ ਜਾਂਦਾ ਉਹਦਾ ਜਿਹੜਾ ਸਟਾਈਲ ਉਹ ਬਦਲ ਜਾਂਦਾ। ਪਰ ਅਸੀਂ ਜਿਹੜੇ ਪਿੱਛੇ ਬਹੁਤ ਗਰੀਬ ਪਰਿਵਾਰ 'ਚ ਮੈਂ ਪੈਦਾ ਹੋਇਆ, ਮੇਰੇ ਜਿਹੜਾ ਘਰ-ਬਾਰ ਸੀ ਬਹੁਤ ਮਾੜੀ ਹਾਲਾਤ ਦੇ ਵਿੱਚ ਸੀ। ਅਸੀਂ ਬੜੀ ਮਿਹਨਤ ਕਰਕੇ ਉੱਠੇ ਹਾਂ, ਪਰ ਘਰ ਦੇ ਵਿੱਚ ਇੱਕ ਟਾਈਮ ਦੀ ਰੋਟੀ ਵੀ ਬੜੀ ਮੁਸ਼ਕਿਲ ਬਣਦੀ ਸੀ, ਕਿਉਂਕਿ ਬਾਲਿਆਂ ਵਾਲੇ ਘਰ ਦੇ ਵਿੱਚ ਰਹਿਣਾ। ਉਸ ਬਸਤੀ 'ਚ ਰਹਿੰਦਾ ਸੀ ਜਿੱਥੇ ਲੋਕ ਬੜੇ ਹੀ ਮਿਡਲ ਕਲਾਸ ਦੇ ਵਿੱਚ ਇੱਕ ਟਾਈਮ ਦਾ ਖਾਣਾ ਬਣਾ ਕੇ ਵੀ ਉਸ ਇਲਾਕੇ ਦੇ ਵਿੱਚ ਬਸ ਉੱਥੇ ਇਹੀ ਸੀ, ਇੱਥੇ ਇਲਾਕੇ ਦੀ ਬਦਨਾਮੀ ਕਰਨੀ ਕਿ ਇੱਥੇ ਇਸ ਇਲਾਕੇ ਨਸ਼ਾ ਵਿਕਦਾ, ਇਸ ਇਲਾਕੇ ਦੇ ਵਿੱਚ ਗੁੰਡਾਗਰਦੀ ਬਹੁਤ ਹੈ। ਲੋਕ ਜ਼ਿਆਦਾਤਰ ਇਸ ਇਲਾਕੇ ਨੂੰ ਆਪਣੇ ਨਜ਼ਦੀਕ ਨਹੀਂ ਆਉਂਦੇ ਸੀ। ਲੋਕ ਸ਼ਹਿਰ ਵਾਲੇ ਲੋਕ ਸੀ, ਬਸਤੀਆਂ 'ਚ ਨਹੀਂ ਆਉਂਦੇ ਸੀ, ਕਿ ਜਿਹੜੇ ਉੱਥੇ ਦੇ ਨੁਮਾਇੰਦੇ ਸੀ ਉਹਨਾਂ ਨੇ ਇਸ ਇਲਾਕੇ ਦੀ ਜਿਹੜੀ ਨਾਮ ਸੀ ਉਹ ਬਹੁਤ ਜ਼ਿਆਦਾ ਥੱਲੇ ਡਬੋ ਦਿੱਤਾ ਕਿ ਲੋਕਾਂ ਤੱਕ ਉਸ ਨਾਮ ਨੂੰ ਦਹਿਸ਼ਤ ਦੇ ਮਾਹੌਲ 'ਚ ਰਿਹਾ ਨਾਮ। ਰਾਜਨੀਤਿਕ ਗੁਰੂ ਕਿਹਨੂੰ ਮੰਨਦੇ ਹੋ? ਰਾਜਨੀਤਿਕ ਗੁਰੂ ਦੇ ਵਿੱਚ ਮੈਂ ਜੋ ਸਿੱਖਿਆ ਬਹੁਤ, ਮੈਂ ਬੀਜੇਪੀ ਦੇ ਵਿੱਚ ਮੇਰੇ ਰਾਜਨੀਤਿਕ ਗੁਰੂ ਦੇ ਵਿੱਚ ਵਿਜੇ ਸਾਂਪਲਾ ਜੀ ਕੋਲ ਸਿੱਖਿਆ। ਉਹਨਾਂ ਦੇ ਕੋਲੋਂ ਹੀ ਸਿੱਖ ਕੇ ਮੈਂ ਇੱਥੇ ਪਹੁੰਚਿਆ। ਚਲੋ ਅੱਜ ਉਹ ਦੂਸਰੀ ਪਾਰਟੀ 'ਚ ਹੈ, ਮੈਂ ਆਮ ਆਦਮੀ ਪਾਰਟੀ ਦਾ ਹੈਗਾ, ਪਰ ਉਹਨਾਂ ਕੋਲੋਂ ਬਹੁਤ ਕੁਝ ਸਿੱਖ ਕੇ ਮੈਂ ਆਪਣੇ ਇਲਾਕੇ ਦੇ ਵਿੱਚ, ਆਪਣੇ ਸਮਾਜ ਦੇ ਵਿੱਚ ਸੇਵਾ ਜਿਹੜਾ ਮੈਂ ਨਿਰਣੇ ਲਿਆ ਸੀ ਉਹਨਾਂ ਕੋਲ ਲਿਆ ਸੀ ਰਾਜਨੀਤੀ ਦੇ ਵਿੱਚ। ਤੁਸੀਂ ਇਸ ਤੋਂ ਪਹਿਲਾਂ ਬੀਜੇਪੀ ਦੇ ਵਿੱਚ ਸੀ ਤੇ ਹੁਣ ਆਮ ਆਦਮੀ ਪਾਰਟੀ ਦੇ ਵਿੱਚ, ਦੋਨੋਂ ਪਾਰਟੀਆਂ ਦੇ ਵਿੱਚ ਕੀ ਫਰਕ ਮਹਿਸੂਸ ਕੀਤਾ? ਪਰ ਉਹ ਬੀਜੇਪੀ ਦੇ ਵਿੱਚ ਜੀ ਮੈਂ ਬੜੇ ਛੋਟੇ ਸਤਲ ਦੇ, ਮੈਂ ਬੂਥ ਸਤਲ ਦੇ ਵਿੱਚ ਜੁਆਇਨ ਕੀਤਾ ਸੀ। ਮੈਂ ਬੂਥ ਦੇ ਵਿੱਚ
ਤੋਂ ਕੰਮ ਚਾਲੂ ਕਰਕੇ ਮੈਂ ਜ਼ਿਲ੍ਹੇ 'ਚ ਗਿਆ, ਜ਼ਿਲ੍ਹੇ ਤੋਂ ਮੈਂ ਸਟੇਟ 'ਚ ਗਿਆ, ਸਟੇਟ ਤੋਂ ਮੈਂ ਨੈਸ਼ਨਲ 'ਚ ਵੀ ਗਿਆ। 2 ਵਾਰ ਮੈਂ ਰਾਸ਼ਟਰੀ ਕਾਰਿਆਕਾਰੀ ਦਾ ਮੈਂਬਰ ਬਣਿਆ, 3 ਵਾਰ ਪੰਜਾਬ ਦਾ ਪ੍ਰਦੇਸ਼ ਮਹਾਮੰਤਰੀ ਬਣਿਆ ਸੀ ਮੋਰਚੇ ਦਾ। ਪਰ ਕੰਮ ਕਰਨ ਦਾ ਜਿਹੜਾ ਜਦ ਆਪਾਂ ਸਰਕਾਰ 'ਚ ਨਹੀਂ ਹੁੰਦੇ ਨਾ, ਉਸ ਟਾਈਮ ਹੋਰ ਹੁੰਦਾ ਸਰਕਾਰਾਂ ਦਾ ਰੂਪ। ਜਿਸ ਟਾਈਮ ਸਰਕਾਰ 'ਚ ਅਸੀਂ ਆ ਜਾਂਦੇ ਹਾਂ, ਸਾਡਾ ਰੁਤਬਾ ਹੋਰ ਮਤਲਬ ਕਿਸੇ ਤਰੀਕੇ ਦਾ ਹੋ ਜਾਂਦਾ। ਉਸ ਟਾਈਮ ਕਾਰਿਆਕਰਤਾ ਦੀ ਥੋੜ੍ਹੀ ਜਿਹੀ ਜਿਹੜੀ ਹੈਗੀ ਨਾ, ਉਹਨਾਂ ਦੀ ਜਿਹੜੀ ਇੱਕ ਤਰੀਕੇ ਦੀ ਉਹਨਾਂ ਦੀ ਵੈਲਿਊ ਘੱਟ ਜਾਂਦੀ ਹੈ। ਜਿਸ ਟਾਈਮ ਸਰਕਾਰ 'ਚ ਨਹੀਂ ਹੁੰਦੇ, ਉਸ ਟਾਈਮ ਕਾਰਿਆਕਰਤਾ ਦੀ ਵੈਲਿਊ ਬਹੁਤ ਬੀਜੇਪੀ ਸੋਚਦੀ ਹੈ ਕਿ ਅੱਜ ਫਲਾਣੇ ਸਮਾਜ ਦੀ ਲੋੜ ਹੈ, ਫਲਾਣੇ ਬੰਦੇ ਦੀ ਜ਼ਰੂਰਤ ਹੈ। ਜਿਸ ਟਾਈਮ ਢਾਂਚਾ ਬਣ ਜਾਂਦਾ, ਜਿਸ ਟਾਈਮ ਅਸੀਂ ਕਿਸੇ ਕੁਰਸੀ 'ਤੇ ਆ ਜਾਂਦੇ ਹਾਂ, ਉਸ ਟਾਈਮ ਕਾਰਿਆਕਰਤਾ ਨੂੰ ਪਿੱਛੇ ਛੱਡ ਦਿੱਤਾ ਜਾਂਦਾ ਹੈ। ਇਸ ਕਰਕੇ ਇੱਦਾਂ ਦੀਆਂ ਕੁਝ ਕਮੀਆਂ ਸੀ ਜਿਹੜਾ ਕਿਉਂਕਿ ਮੈਂ ਦਲਿਤ ਪਰਿਵਾਰ ਦੇ ਵਿੱਚ ਬਿਲੋਂਗ ਕਰਦਾ ਹਾਂ ਮੈਂ, ਪਰ ਮੇਰੇ ਜਿਹੜਾ ਐਸਸੀ ਭਾਈਚਾਰਾ ਉਹਦੀਆਂ ਬਹੁਤ ਮੰਗਾਂ, ਬਹੁਤ ਜ਼ਰੂਰਤਾਂ ਜੇ ਸਾਨੂੰ, ਉਹ ਜ਼ਰੂਰਤਾਂ ਜਿਹੜੀ ਹੈਗੀਆਂ ਬੀਜੇਪੀ ਅਤੇ ਅਕਾਲੀ ਦਲ ਜਿਹੜੀ ਸਰਕਾਰ ਸੀ ਉਹ ਪੂਰੀਆਂ ਨਹੀਂ ਕਰ ਪਾਈਆਂ। ਪਰ ਉਮੀਦ ਸੀ ਕਿ ਸ਼ਾਇਦ ਬਦਲਾਵ 'ਚ ਕਰਨਗੀਆਂ, ਪਰ ਉਹਨਾਂ ਨੇ ਕੋਈ ਐਡਾ ਠੇਸ ਨਹੀਂ ਲਵਾਇਆ। ਲੋਕਾਂ ਨੇ ਸੈਂਟਰ ਦੇ ਵਿੱਚ PM ਨਰਿੰਦਰ ਮੋਦੀ ਜੀ ਨੂੰ ਬਣਾਇਆ, ਪਰ ਉਹਨਾਂ ਨੇ ਵੀ ਕੋਈ ਵੀ ਦਲਿਤ ਭਾਈਚਾਰੇ ਲਈ ਐਡਾ ਵੱਡਾ ਕੋਈ ਕਦਮ ਨਹੀਂ ਉਠਾਇਆ। ਜਿਸ ਕਰਕੇ ਮੈਂ ਆਮ ਆਦਮੀ ਪਾਰਟੀ ਨੂੰ ਚੋਇਸ ਕੀਤਾ। ਆਮ ਆਦਮੀ ਪਾਰਟੀ ਨੇ ਜੋ ਦਿੱਲੀ 'ਚ ਕਿਹਾ ਉਹ ਕਰਕੇ ਦਿਖਾਇਆ ਸੀ। ਉਹਨੂੰ ਮੈਂ ਸਟੱਡੀ ਕੀਤਾ, ਉਹਨੂੰ ਮੈਂ ਦੇਖਿਆ ਕਿ ਕੀ ਇਹਨਾਂ ਨੇ ਵਾਅਦੇ ਕੀਤੇ ਸੀ, ਕਿਸ ਵਾਅਦੇ ਨੂੰ ਪੂਰਾ ਕੀਤਾ। ਉਹ ਵਾਅਦੇ ਨੂੰ ਅਰਵਿੰਦ ਕੇਜਰੀਵਾਲ ਜੀ ਨੇ ਦਿੱਲੀ 'ਚ ਪੂਰਾ ਕਰਕੇ ਦਿਖਾਇਆ। ਉਸੇ ਵਿਸ਼ਵਾਸ ਦੇ ਵਿੱਚ ਮੈਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਜੁਆਇਨ ਕੀਤੀ। ਦੇਸ਼ ਦੇ ਕਈ ਹਿੱਸਿਆਂ ਦੇ ਵਿੱਚ ਬੀਜੇਪੀ ਸੱਤਾ ਦੇ ਵਿੱਚ ਹੈ, ਪੰਜਾਬ 'ਚ ਕਿਉਂ ਨਹੀਂ ਆ ਪਾਉਂਦੀ? ਕੀ ਕਮੀਆਂ ਨੇ? ਬਿਕਾਜ਼ ਤੁਸੀਂ ਪੁਰਾਣੇ ਰਹੇ ਹੋ ਬੀਜੇਪੀ ਦੇ ਵਿੱਚ। ਇੱਥੇ ਦੇ ਜਿਹੜੇ ਲੀਡਰ ਆ ਨਾ, ਸਿਰਕੱਢ ਜਿਹੜਾ ਅੱਗੇ, ਉਹ ਉੱਪਰ ਫੀਡਬੈਕ ਬਹੁਤ ਗਲਤ ਪਹੁੰਚਾਉਂਦੇ ਆ। ਉਹ ਲੋਕ ਜਿਹੜੇ ਸੈਂਟਰ ਦੇ ਵਿੱਚ ਬੈਠੇ ਆ, ਉਹ ਕੁਝ ਲੋਕਾਂ ਤੱਕ ਸੀਮਿਤ ਹੈ। ਉਹ ਆਮ ਜ਼ਮੀਨ ਦੇ ਕਾਰਿਆਕਰਤਾ ਤੱਕ ਥੱਲੇ ਉਹ ਲੋਕ ਪਹੁੰਚ ਨਹੀਂ ਪਾਏ। ਜਿਹੜੀ ਸੈਂਟਰ ਦੀ ਲੀਡਰਸ਼ਿਪ ਹੈ ਉਹ ਕੁਝ ਲੋਕਾਂ ਤੱਕ ਸੀਮਿਤ ਹੈ। ਉਹਨਾਂ ਦੀ ਗੱਲ ਸੁਣ ਕੇ ਉਹਨਾਂ ਨੂੰ ਹੀ ਜਵਾਬ, ਉਹਨਾਂ ਨੂੰ ਹੀ ਆਨਸਰ ਦੇ ਦਿੰਦੇ ਆ। ਪਰ ਜਿੱਥੇ ਤੱਕ ਕਾਰਿਆਕਰਤਾ ਜ਼ਮੀਨ 'ਤੇ ਬੈਠਾ, ਉਹ ਜ਼ਮੀਨ ਨੂੰ ਸੁਣਨ ਵਾਲੀ ਉਹ ਪਾਰਟੀ ਨਹੀਂ ਸੀ। ਇਸ ਕਰਕੇ ਅੱਜ ਬੀਜੇਪੀ ਪੰਜਾਬ ਦੇ ਵਿੱਚੋਂ ਬਾਹਰ ਹੈ। ਆਪਣੇ ਕਲੀਗਸ ਦੇਖਦੇ ਹੋ, 9 MLA ਬਣੇ ਨੇ ਤੁਹਾਡੇ ਉੱਥੇ, ਹੈ ਨਾ? ਹਲਕੇ ਦੇ ਮੇਨ ਇਸ਼ੂਜ਼ ਕੀ ਨੇ ਤੁਹਾਡੇ? ਆਮ ਆਦਮੀ ਪਾਰਟੀ ਦੇ ਜਲੰਧਰ ਸ਼ਹਿਰ ਦੇ ਵਿੱਚ 2 MLA ਬਣੇ ਆ, 2 MLA ਸਾਡੇ ਦਿਹਾਤੀ 'ਚ ਬਣੇ ਆ। ਪਰ ਬਹੁਤ ਵੱਡਾ ਫਤਵਾ ਦਿੱਤਾ ਪੰਜਾਬ ਦੇ ਵਿੱਚ। ਪੰਜਾਬ ਦੇ ਲੋਕਾਂ ਨੂੰ ਜਿਹੜੀ ਆਮ ਆਦਮੀ ਪਾਰਟੀ ਤੋਂ ਉਮੀਦ ਹੈ, ਮੈਂ ਜ਼ਰੂਰ ਉਹਨਾਂ ਨਾਲ ਵਾਅਦਾ ਕਰਨਾ ਚਾਹਾਂਗਾ ਕਿ ਕੁਝ ਸਮੇਂ ਲੱਗੇਗਾ। ਜਿਹੜੇ ਅਸੀਂ ਵਾਅਦੇ ਕੀਤੇ ਆ, ਜਿਹੜੀਆਂ ਅਸੀਂ ਗਰੰਟੀਆਂ ਦਿੱਤੀਆਂ, ਉਹ ਸਾਰੀਆਂ ਗਰੰਟੀਆਂ ਪੰਜਾਬ 'ਚ ਪੂਰੀਆਂ ਕਰਾਂਗੇ। ਅਗਰ ਉਹ ਗਰੰਟੀਆਂ ਨਹੀਂ ਪੂਰਾ ਕਰਾਂਗੇ, ਅਗਲੀ ਵਾਰੀ ਇਲੈਕਸ਼ਨ ਲੜਨ ਤੋਂ ਪਹਿਲੇ ਇਹ ਸਾਰੀਆਂ ਗਰੰਟੀਆਂ ਤੁਹਾਡੇ ਵਿੱਚ ਲੈ ਕੇ ਆਵਾਂਗੇ। ਪਰ ਕੁਝ ਸਮੇਂ ਨਾਲ ਜ਼ਰੂਰ ਮਿਲਣਗੀਆਂ। ਪਰ ਇਹ ਕਈ ਲੋਕ ਅੱਜ ਇੱਦਾਂ ਬੈਠੇ ਆ ਕਿ ਆਮ ਆਦਮੀ ਪਾਰਟੀ ਸਰਕਾਰ ਆਈ ਹੈ, ਸ਼ਾਇਦ ਤੁਹਾਨੂੰ ਅੱਜ ਹੀ ਸਭ ਕੁਝ ਮਿਲ ਜਾਣਾ, ਪਰ ਮਿਲੇਗਾ। ਇਹ ਮੈਨੂੰ ਵਿਸ਼ਵਾਸ ਹੈ ਆਪਣੇ CM ਸਾਹਿਬ ਦੇ, ਭਗਵੰਤ ਮਾਨ ਜੀ ਦੇ ਉੱਤੇ ਅਤੇ ਉਹਨਾਂ ਦੀ ਪੂਰੀ ਕੈਬਨਿਟ ਦੇ ਉੱਤੇ ਕਿ ਜਿਹੜੇ ਵਾਅਦੇ ਅਸੀਂ ਕੀਤੇ ਆ ਉਹ ਬਹੁਤ ਜਲਦੀ ਪੂਰੇ ਕਰਨ ਜਾਵਾਂਗੇ। ਹਲਕੇ ਦੇ ਕੀ ਇਸ਼ੂਜ਼ ਨੇ? ਸਭ ਤੋਂ ਪਹਿਲਾਂ ਹਲਕੇ ਦੇ ਵਿੱਚ ਸਭ ਤੋਂ ਜ਼ਿਆਦਾ ਮੇਰੇ ਹਲਕੇ ਦੇ ਵਿੱਚ ਨਸ਼ਾ ਬਹੁਤ ਵਿਕਦਾ। ਚਿੱਟੇ ਦਾ ਉੱਥੇ ਬਹੁਤ ਬੋਲਬਾਲਾ ਹੈ, ਕਿਉਂਕਿ ਜਿਹੜੇ ਲੀਡਰਾਂ ਨੇ ਉੱਥੇ ਲਾਟਰੀ ਦਾ ਜਿਹੜਾ ਧੰਦਾ ਸੀ ਜਲੰਧਰ ਦੇ ਵਿੱਚ ਸਭ ਤੋਂ ਨੰਬਰ 1 ਹੈ ਪੂਰੇ ਪੰਜਾਬ ਦੇ ਵਿੱਚ, ਜਿਹੜਾ ਵਿਧਾਇਕਾਂ ਨੂੰ ਹਫਤਾ ਵਸੂਲੀ ਜਾਂਦੀ ਰਹੀ ਹੈ। ਉਹਦੇ ਉੱਤੇ ਮੈਂ ਪਿਛਲੇ 3 ਸਾਲ ਤੋਂ ਲੜਾਈ ਲੜ ਰਿਹਾ ਸੀ ਕਿ ਜਿਹੜਾ ਹਫਤਾ ਵਸੂਲੀ ਵਿਧਾਇਕਾਂ ਨੇ ਕੀਤੀ ਸੀ, ਜਿਹੜਾ 2022 ਤੋਂ ਪਹਿਲੇ ਵਿਧਾਇਕ ਸੀ, ਉਹਨਾਂ ਨੇ ਉੱਥੇ ਉਹਨਾਂ ਨਾਲ ਮਹੀਨੇ ਵੰਡੇ ਹੋਏ ਸੀ ਕਿ ਹਫਤੇ ਵੰਡੇ ਹੋਏ ਸੀ ਕਿ ਇਹ ਫਲਾਣਾ DSP ਗਰਾਈ ਕਰਕੇ ਲੈ ਕੇ ਆਵੇ, ਫਲਾਣਾ ਅਫਸਰ ਸਾਨੂੰ ਇਹ ਗਰਾਈ ਕਰਕੇ ਦੇਵੇ। ਉੱਥੇ ਸਿਸਟਮ ਆ ਸੀ, ਇਸ ਕਰਕੇ ਵਿਕਾਸ ਦੇ ਵੱਲ ਧਿਆਨ ਨਹੀਂ ਸੀ ਕਿਸੇ ਦੀ। ਉੱਥੇ ਜਿਹੜੇ ਲੋਕਾਂ ਨੇ ਉਮੀਦ ਕਰਕੇ 2017 ਦੇ ਵਿੱਚ ਕਾਂਗਰਸ ਦੀ ਸਰਕਾਰ ਲੈ ਕੇ ਆਉਂਦੀ ਸੀ, ਕਾਂਗਰਸ ਦੀ ਸਰਕਾਰ ਆਈ ਸੀ, ਪਵਿੱਤਰ ਗੁਟਕਾ ਸਾਹਿਬ ਹੱਥ 'ਚ ਵੜ ਕੇ ਸਹੁੰ ਖਾਧੀ ਸੀ ਕੈਪਟਨ ਅਮਰਿੰਦਰ ਸਿੰਘ ਨੇ। ਲੋਕਾਂ ਨੇ ਉਹਦੇ 'ਤੇ ਵਿਸ਼ਵਾਸ ਕੀਤਾ ਕਿ ਜਿਹੜੇ ਇਨਸਾਨ ਨੇ ਪਵਿੱਤਰ ਗੁਟਕਾ ਸਾਹਿਬ ਦੀ ਸਹੁੰ ਖਾ ਲਈ ਹੈ, ਉਹ ਜ਼ਰੂਰ ਨੌਕਰੀਆਂ ਦੇਗਾ, ਉਹ ਜ਼ਰੂਰ ਸਾਡੀ ਗੱਲ ਸੁਣੇਗਾ। ਪਰ ਉਸ ਇਨਸਾਨ ਨੇ 2017 ਤੋਂ ਬਾਅਦ ਲੋਕਾਂ ਨਾਲ ਧੋਖਾ ਕੀਤਾ, ਲੋਕਾਂ ਨੂੰ ਪੌਣੇ 5 ਸਾਲ ਬੇਵਕੂਫ ਬਣਾਇਆ। ਕਿਸੇ ਵੀ ਇੱਕ ਬੰਦੇ ਦੀ ਸਰਕਾਰੀ ਨੌਕਰੀ ਜਲੰਧਰ ਵਿੱਚ ਨਹੀਂ ਲੱਗੀ ਮੇਰੇ ਹਲਕੇ ਦੇ ਵਿੱਚ। ਲੋਕਾਂ ਨੂੰ ਸਿਰਫ ਝੂਠ ਬੋਲ ਕੇ, ਗੁੰਮਰਾਹ ਕਰਕੇ ਇਹ ਵੋਟਾਂ ਲਈਆਂ ਗਈਆਂ। ਉਹਦਾ ਨਤੀਜਾ 2022 ਦੇ ਵਿੱਚ ਹੈ। ਅੱਜ ਕਾਂਗਰਸ ਜਿਹੜੀ ਸੱਤਾ ਤੋਂ ਬਾਹਰ ਬੈਠੀ ਹੈ। ਅੱਛਾ, ਜਿਹੜਾ ਐਂਟੀ ਕਰਪਸ਼ਨ ਨੰਬਰ ਜਾਰੀ ਕੀਤਾ ਸੀ ਭਗਵੰਤ ਮਾਨ ਸਾਹਿਬ ਨੇ, ਉਸ ਤੋਂ ਫਰਕ ਪਿਆ? ਤੁਹਾਨੂੰ ਲੱਗਦਾ ਕਰਪਸ਼ਨ ਘਟ ਗਿਆ ਹੁਣ? ਮੈਨੂੰ ਲੱਗਦਾ ਆਮ ਆਦਮੀ ਪਾਰਟੀ ਜਿਸ ਦਿਨ ਸਰਕਾਰ ਆਈ ਨਾ, ਮੈਂ ਰੇਲ ਦੇ ਵਿੱਚ ਕਹਿ ਰਿਹਾ ਇਹ ਨਹੀਂ ਕਿ ਮੈਂ ਉਸ ਇਲਾਕੇ ਦਾ ਨੁਮਾਇੰਦਾ ਚੁਣਿਆ, ਮੈਨੂੰ MLA ਲੋਕਾਂ ਨੇ ਚੁਣ ਕੇ ਭੇਜਿਆ। ਮੈਂ ਰੋਜ਼ ਫੀਡਬੈਕ ਆਪਣੇ DC ਆਫਿਸ ਤੋਂ ਲੈਂਦਾ। ਸਭ ਤੋਂ ਜ਼ਿਆਦਾ ਕਰਪਸ਼ਨ ਤਹਿਸੀਲਾਂ ਦੇ ਵਿੱਚ ਸੀ ਕਿ ਰੋਜ਼ ਤਹਿਸੀਲਾਂ ਦੇ ਵਿੱਚ ਲੋਕਾਂ ਦੇ ਕੋਲੋਂ 10,000 20,000 25,000 ਲਿਆ ਜਾਂਦਾ ਸੀ। ਮੈਂ ਰੋਜ਼ ਕਿਸੇ ਨੂੰ ਭੇਜਦਾ, ਤਹਿਸੀਲਦਾਰਾਂ ਕੋਲ ਕਿਸੇ ਦੇ ਰੂਪ 'ਚ ਭੇਜਦਾ। ਪਰ ਅੱਜ ਤੱਕ ਜਿਸ ਦਿਨ ਦਾ ਸਰਕਾਰ ਆਮ ਆਦਮੀ ਪਾਰਟੀ ਦੀ ਬਣੀ ਹੈ, ਜਿੱਦਾਂ ਦਾ ਭਗਵੰਤ ਮਾਨ ਜੀ CM ਬਣੇ ਆ, ਅੱਜ ਤੱਕ ਜਿੰਨੀ ਵਾਰੀ ਮੈਂ ਲੜਕਾ ਭੇਜਿਆ ਉਹ ਕਹਿੰਦਾ ਪੈਸੇ ਨਹੀਂ ਲੈ ਰਿਹਾ ਤਹਿਸੀਲਦਾਰ। ਉਹੀ ਤਹਿਸੀਲਦਾਰ ਹੈ, ਉਹੀ ਤਹਿਸੀਲ ਹੈ, ਉਹੀ ਲੋਕ ਕੰਮ ਕਰ ਰਹੇ ਆ। ਅੱਜ ਦੇਖੋ ਕਰਪਸ਼ਨ ਦੂਰ ਹੋ ਗਈ ਹੈ। ਇਹ ਉਹਨਾਂ ਨੂੰ ਖੌਫ ਹੈ ਆਮ ਆਦਮੀ ਪਾਰਟੀ ਦਾ। ਅਤੇ ਬਾਕੀ ਛੋਟੇ ਮੋਟੇ ਕੰਮ ਕੁਛ ਹੈਗੇ ਆ ਜਿਹਦੇ 'ਤੇ ਜਾਂਚ ਕਰਾਉਂਦੀ ਅਸੀਂ
ਸੀਐਮ ਸਾਹਿਬ ਦੇ ਕੋਲ ਮੈਂ ਫਾਈਲ ਬਣਾ ਰਿਹਾ। ਮੈਂ ਸਮਾਰਟ ਸਿਟੀ ਦਾ ਜਿਹੜਾ ਕੰਮ ਮੇਰੇ ਇਲਾਕੇ ਦੇ ਵਿੱਚ ਹੋਇਆ ਉਹਦੇ ਵਿੱਚ ਬਹੁਤ ਵੱਡਾ ਕਪਲਾ ਇਹ ਮੈਨੂੰ ਕਲੀਅਰ ਲੱਗ ਰਿਹਾ। ਜਿਹਦੇ ਪੂਰਵ ਵਿਧਾਇਕ ਅਤੇ ਕੁਝ ਸਰਕਾਰੀ ਅਫਸਰਾਂ ਨੇ ਉਹ ਜਿਹੜਾ ਸਮਾਰਟ ਸਿਟੀ ਦੇ ਉੱਤੇ ਜਿਹੜਾ ਕੰਮ ਕੀਤਾ, ਕਿਉਂਕਿ ਸੈਂਟਰ ਦਾ ਜਿਹੜਾ ਪੈਸਾ ਸੀ ਉਹਨੂੰ ਬਹੁਤ ਨਜਾਇਜ਼ ਲਗਾਇਆ। ਉਹ ਮੈਨੂੰ ਜੋ ਲੱਗ ਰਿਹਾ ਕਿ ਸਮਾਰਟ ਸਿਟੀ ਦਾ ਜਿਹੜਾ ਪੈਸਾ ਜਲੰਧਰ 'ਚ ਲੱਗਿਆ ਉਹਦੇ ਉੱਤੇ ਕਮ ਸੇ ਕਮ ਵੀ 50% ਔਰ 'ਚ ਕਪਲਾ ਉਹਦੀ ਮੈਂ ਜ਼ਰੂਰ ਜਾਂਚ ਕਰਾਊਂਗਾ। ਮੇਰੀ ਸੀਐਮ ਸਾਹਿਬ ਦੇ ਕੀ ਮੰਗ ਹੈ ਤੇ ਮੈਂ ਉਹਦੇ ਉੱਤੇ ਜਿਹੜੀ ਪ੍ਰੋਜੈਕਟ ਰਿਪੋਰਟ ਸਾਰੀ ਆਪਣੀ ਤਿਆਰ ਕਰ ਰਿਹਾ। ਮੈਂ ਬਹੁਤ ਜਲਦੀ ਸੀਐਮ ਸਾਹਿਬ ਨੂੰ ਦੇਣ ਜਾ ਰਿਹਾ। ਉਹਦੇ ਤੋਂ ਇਲਾਵਾ ਜਲੰਧਰ ਦੇ ਵਿੱਚ ਰੈਵਨਿਊ ਨੂੰ ਬਹੁਤ ਵੱਡਾ ਘਾਟਾ ਪਿਆ, ਕਿਉਂਕਿ ਜਿਹੜੇ ਲੋਕਲ ਵਿਧਾਇਕ ਸੀ ਉਹਨਾਂ ਨੇ ਆਪਣੇ ਚੇਤਿਆਂ ਨੂੰ ਕਲੋਨੀਆਂ ਕਟਾ ਦਿੱਤੀਆਂ। ਕਲੋਨੀਆਂ ਦੇ ਵਿੱਚ ਅੱਜ ਗਰੀਬ ਲੋਕਾਂ ਨੇ ਪਲਾਟ ਲੈ ਲਏ ਆ। ਗਰੀਬ ਲੋਕਾਂ ਨੂੰ ਚਾਹੀਦੀ ਰਜਿਸਟਰੀ। ਗਰੀਬ ਕਿਸੇ ਨੇ 4 ਲੱਖ 4 ਮਰਲੇ ਪਲਾਟ ਲਿਆ 8 ਲੱਖ ਦਾ, ਉਹ ਰੋ ਰਿਹਾ ਯਾਰ ਮੈਂ ਤਾਂ ਪਲਾਟ ਲੈ ਲਿਆ। ਉਹਨੂੰ ਜਿਹੜੇ ਕੋਇਨਾਈਜ਼ਰ ਨੇ ਪਲਾਟ ਵੇਚਿਆ ਨਾ ਕਲੋਨੀ ਅਪਰੂਵਡ ਆ। ਸੜਕ ਜਿਹੜੀ ਚਾਹੀਦੀ ਆ ਜੋ ਸਾਡੇ ਪੁੱਡਾ ਦੇ ਮੁਤਾਬਕ ਜਾਂ ਚਾਹੀਦੀ ਜਿਹੜੀਆਂ ਸਾਨੂੰ ਹਦਾਇਤਾਂ ਚਾਹੀਦੀਆਂ ਕਿ ਇੰਨੀ ਪਾਰਕ ਚਾਹੀਦੀ ਹੈ, ਇੱਥੇ ਟ੍ਰੀਟਮੈਂਟ ਪਲਾਂਟ ਚਾਹੀਦਾ, ਕੋਈ ਵੀ ਸਕੀਮ ਨਹੀਂ ਹੈ। ਅਨਅਪਰੂਵਡ ਕਲੋਨੀਆਂ ਤੜਾ ਕਟਾ ਦਿੱਤੀਆਂ ਸਿਰਫ ਐਮਐਲਏ ਨੇ ਆਪਣੇ ਦੇ ਲਈ ਗਰਾਈ ਕਰਨ ਦੇ ਲਈ, ਪੈਸਾ ਇਕੱਠਾ ਕਰਨ ਦੇ ਲਈ। ਅੱਜ ਕਈ ਲੋਕਾਂ ਨੂੰ ਦਿੱਕਤ ਆ ਰਹੀ ਹੈ। ਕੋਈ ਜਿਹੜੀਆਂ ਅਨਅਪਰੂਵਡ ਕਲੋਨੀਆਂ ਕਟ ਹੋ ਗਈਆਂ ਉਹਨਾਂ ਲੋਕਾਂ ਦੀਆਂ ਰਜਿਸਟਰੀਆਂ ਦੇ ਉੱਤੇ ਅਸੀਂ ਜਾਂਚ ਕਰਾਵਾਂਗੇ, ਕਿਉਂਕਿ ਅਸੀਂ ਤਾਂ ਜ਼ਰੂਰ ਕਹਾਂਗੇ ਕਿ ਉਹਨੂੰ ਰੈਵਨਿਊ ਜਮ੍ਹਾਂ ਕਰਾਉਣ। ਅਗਰ ਉਹੀ ਰੈਵਨਿਊ ਸਰਕਾਰ ਨੂੰ ਆ ਜਾਏਗਾ ਜਲੰਧਰ ਦੇ ਵਿੱਚ ਮੈਨੂੰ ਲੱਗਦਾ ਕਮ ਸੇ ਕਮ ਵੀ 2000 ਕਰੋੜ ਰੁਪਈਆ ਰੈਵਨਿਊ ਆ ਸਕਦਾ ਜੇ ਸਾਰੀ ਜਾਂਚ ਕੀਤੀ ਜਾਵੇ। ਕਿਉਂਕਿ ਲੋਕਲ ਬਾਡੀ ਮਹਿਕਮੇ ਦੇ ਵਿੱਚ ਬਹੁਤ ਵੱਡਾ ਜਿਹੜਾ ਘੁਟਾਲਾ ਲੋਕਲ ਜਿਹੜੇ ਲੋਕ ਬੈਠੇ ਆ, ਕੋਈ 66 ਫੁੱਟੀ 'ਤੇ ਬੈਠਾ, ਕੋਈ ਬਸਤੀਆਂ 'ਚ ਬੈਠਾ, ਕੋਈ ਵੇਰਕਾ ਪਲਾਂਟ ਦੇ ਲਾਗੇ, ਕਿਸੇ ਨੇ ਰਾਮਾ ਮੰਡੀ ਦੇ ਲਾਗੇ ਅਨੇਕਾਂ ਹਜ਼ਾਰਾਂ ਕਲੋਨੀਆਂ ਕੱਢ ਦਿੱਤੀਆਂ ਇਹਨਾਂ ਨੇ। ਸਿਰਫ ਤੇ ਸਿਰਫ ਰੈਵਨਿਊ ਕਿਹਨਾਂ ਨੂੰ ਗਿਆ? ਲੋਕਲ ਐਮਐਲਏ ਨੂੰ। ਦੀ ਆਵਾਜ਼ ਨਵਜੋਤ ਸਿੰਘ ਸਿੱਧੂ ਨੇ ਉਠਾਈ ਸੀ ਜਦੋਂ ਮੰਤਰੀ ਵੀ ਸੀਗੇ, ਕਈ ਉਹਨਾਂ ਨੇ ਪ੍ਰੈਸ ਕਾਨਫਰੰਸ ਵੀ ਕੀਤੀ ਤੇ ਰੇਡ ਵੀ ਕਰਦੇ ਸੀ। ਕੋਈ ਬਦਲਾਅ ਆਇਆ ਸੀ? ਨਹੀਂ, ਬਦਲਾਅ ਆਇਆ ਸੀ ਪਰ ਉਹਨਾਂ ਨੂੰ ਜਿਸ ਟਾਈਮ ਬਿਠਾਤਾ ਘਰ ਮੰਤਰੀ ਪਦ ਤੋਂ ਕੈਪਟਨ ਸਾਹਿਬ ਨੇ ਲਾ ਦਿੱਤਾ। ਐਮਐਲਏ ਉੱਥੇ ਹੈਵੀ ਹੋ ਗਏ। ਐਮਐਲਏ ਨੂੰ ਜ਼ਿਆਦਾ ਹਫਤਾ ਵਸੂਲੀ ਜਾਣੀ ਚਾਲੂ ਹੋ ਗਈ, ਕਿਉਂਕਿ ਇਹ ਤਾਂ ਇੱਕ ਸਟੰਟ ਸੀ ਉਹਨਾਂ ਦਾ। ਉਹ ਡਿੱਚਾਂ ਉੱਪਰ ਚੜ੍ਹ ਗਏ, ਡਿੱਚਾਂ ਚੜ੍ਹ ਕੇ ਉਹਨਾਂ ਨੇ ਸ਼ੋਰ ਪਾਇਆ, ਪਰ ਉਹਨਾਂ ਨੇ ਸ਼ੋਰ ਪਬਲਿਕਲੀ ਨਹੀਂ ਪਾਇਆ ਸੀ। ਉਹਨਾਂ ਨੇ ਆਪਣੀਆਂ ਜੇਬ ਭਰਨ ਦੇ ਲਈ, ਆਪਣੀ ਜੇਬ 'ਚ ਪੈਸਾ ਲੈਣ ਦੇ ਲਈ। ਅੱਜ ਰੈਵਨਿਊ ਅਗਰ ਕਿਉਂ ਜੇ ਕਲੋਨੀ ਕਿਸੇ ਨੇ ਕੱਟਣੀ ਹੈ, ਕੋਈ ਅਸੀਂ ਮਨਾ ਥੋੜ੍ਹੀ ਕਰ ਰਹੇ ਹਾਂ। ਜਿਹੜਾ ਮਰਜ਼ੀ ਕਲੋਨੀ ਕੱਟੇ, ਕਲੋਨੀ ਕੱਟਣ ਦਾ ਹਰ ਬੰਦੇ ਨੂੰ ਅਧਿਕਾਰ ਹੈ, ਪਰ ਰੈਵਨਿਊ ਜਿਹੜਾ ਗੌਰਮੈਂਟ ਦਾ ਉਹ ਜਮ੍ਹਾਂ ਤਾਂ ਕਰਾਉਣ ਨਾ। ਰੈਵਨਿਊ ਜੋ ਪਾਲਿਸੀ ਹੈ, ਪਾਲਿਸੀ ਦੇ ਮੁਤਾਬਕ ਉਸ ਕਲੋਨੀ ਨੂੰ ਪਾਸ ਕਰਾਇਆ ਜਾਵੇ, ਕਾਰਪੋਰੇਸ਼ਨ ਦੇ ਪੈਸਾ ਆਵੇ, ਉਹ ਜਲੰਧਰ ਸ਼ਹਿਰ ਦੀ ਡਿਵੈਲਪਮੈਂਟ ਦੇ ਉੱਤੇ ਲੱਗੇ। ਜਲੰਧਰ ਦੇ ਲਈ ਜਿਹੜਾ ਇੰਨਾ ਪੈਸਾ ਅਗਰ ਕਰੋੜਾਂ ਰੁਪਏ ਆਏਗਾ ਤਾਂ ਜਲੰਧਰ ਦੀ ਜਿਹੜੀ ਨੁਹਾਰ ਹੈ ਉਹ ਅਲੱਗ ਹੀ ਹੋ ਜਾਏਗੀ। ਜਲੰਧਰ ਵਿੱਚ ਐਨਆਰਆਈਜ਼ ਜ਼ਿਆਦਾ ਨੇ, ਹੈ ਨਾ, ਪੈਸਾ ਵੀ ਬਹੁਤ ਜ਼ਿਆਦਾ ਹੈ ਉੱਥੇ ਲੋਕਾਂ ਦੇ ਕੋਲ। ਕੀ ਹੁਣ ਐਨਆਰਆਈਜ਼ ਵਾਸਤੇ ਕੀ ਪਲਾਨਸ ਨੇ ਕਿ ਜਿਹੜੇ ਕਿ ਉਹ ਆਉਣਾ ਚਾਹੁੰਦੇ ਹੈ ਤੇ ਆ ਵੀ ਸਕਦੇ ਹੈ, ਕਿਉਂਕਿ ਸਾਡੇ ਬੱਚੇ ਸਾਰੇ ਬਾਹਰ ਹੀ ਜਾ ਰਹੇ ਨੇ। ਇੱਕ ਲੋਕਾਂ ਨੂੰ ਐਕਚੁਅਲੀ ਮਾਨ ਸਾਹਿਬ ਹਰ ਵਾਰੀ ਕਹਿੰਦੇ ਆ, ਅਸੀਂ ਸੁਣਿਆ ਮਾਨ ਸਾਹਿਬ ਕਿ ਹਰ ਇੱਕ ਦੂਜੀ ਬਿਲਡਿੰਗ ਦੇ ਪੰਜਾਬ ਦੇ ਵਿੱਚ ਲਿਖਿਆ ਆਈਲਟਸ, ਆਸਟ੍ਰੇਲੀਆ ਜਾਣ ਲਈ ਮਿਲੋ, ਕੈਨੇਡਾ ਜਾਣ ਲਈ ਮਿਲੋ, ਇੰਗਲੈਂਡ ਜਾਣ ਲਈ ਮਿਲੋ। ਉਹ ਕਹਿੰਦੇ ਇਹ ਜਦ ਤੱਕ ਇਹ ਚੀਜ਼ ਬੰਦ ਨਹੀਂ ਹੋਏਗੀ ਪੰਜਾਬ ਦਾ ਬੱਚਾ ਨਹੀਂ ਬਚੇਗਾ, ਕਿਉਂਕਿ ਲੋਕਾਂ ਨੂੰ ਇੱਥੇ ਰੁਜ਼ਗਾਰ ਹੀ ਨਹੀਂ ਮਿਲਿਆ। ਇੱਥੇ ਰੁਜ਼ਗਾਰ ਦੇ ਲਈ ਮੈਨੂੰ ਲੱਗਦਾ ਕੈਬਨਿਟ ਦੇ ਵਿੱਚ ਕੋਈ ਵਧੀਆ ਪਾਲਿਸੀ ਲੈ ਕੇ ਆਉਣਗੇ ਕਿ ਅਸੀਂ ਨੌਕਰੀਆਂ ਕੱਢਾਂਗੇ। ਮਾਨ ਸਾਹਿਬ ਨੇ 25,000 ਨੌਕਰੀ ਕੱਢੀ ਹੈ, ਉਹਦੇ ਵਿੱਚ ਮੈਨੂੰ ਲੱਗਦਾ ਪੰਜਾਬ ਦੇ ਜਿਹੜੇ ਨੌਜਵਾਨ ਜਿਹੜੇ ਬੱਚੇ ਮੇਰੀਆਂ ਭੈਣਾਂ ਜਾਂ ਮੇਰੇ ਵੀਰ ਆ ਉਹਨਾਂ ਨੂੰ ਬਹੁਤ ਵੱਡਾ ਆਸਰਾ ਹੈ ਕਿ 25,000 ਨੌਕਰੀ ਦੇ ਨਾਲ ਹੀ ਅਸੀਂ ਉਹਨਾਂ ਨੂੰ ਆਸ ਤੇ ਜਾਗੀ ਹੈ ਨਾ ਕਿ ਸਾਨੂੰ ਕੁਛ ਤੇ ਮਿਲਣ ਲੱਗਾ ਨਾ ਸਰਕਾਰੀ। ਇਸ ਕਰਕੇ ਆਉਣ ਵਾਲੇ ਸਮੇਂ 'ਚ ਹੋਰ ਨੌਕਰੀਆਂ ਨਿਕਲ ਗਈਆਂ ਤੇ ਜਿਹੜਾ ਪੰਜਾਬ ਦਾ ਬੱਚਾ ਜਿਹੜਾ ਬਾਹਰ ਜਾ ਰਿਹਾ ਉਹ ਰੁਕੇਗਾ। ਉਹਦੇ ਤੋਂ ਇਲਾਵਾ ਮੈਂ ਆਪਣੀ ਸਰਕਾਰ ਅੱਗੇ ਹੀ ਬੇਨਤੀ ਕਰਾਂਗਾ ਕਿ ਇਹਨਾਂ ਦੀ ਅੱਛੀ ਪਾਲਿਸੀ ਆਵੇ, ਸਟੱਡੀ ਦੀ ਅੱਛੀ ਪਾਲਿਸੀ ਆ ਜਾਵੇ ਕਿ ਬੱਚੇ, ਕਿਉਂਕਿ ਪੰਜਾਬ ਦਾ ਸਾਰਾ ਪੈਸਾ ਵੀ ਬਾਹਰ ਜਾ ਰਿਹਾ, ਜਿੱਥੇ ਬੱਚੇ ਜਾ ਰਹੇ ਆ ਪੈਸਾ ਵੀ ਬਾਹਰ ਜਾ ਰਿਹਾ। ਇਸ ਕਰਕੇ ਮੈਨੂੰ ਮਾਨ ਸਾਹਿਬ ਦੇ ਉੱਤੇ ਪੂਰਾ ਵਿਸ਼ਵਾਸ ਹੈ, ਆਪਣੀ ਸਰਕਾਰ ਦੇ ਉੱਤੇ, ਕਿ ਬਹੁਤ ਵਧੀਆ ਕੋਈ ਪਾਲਿਸੀ ਲੈ ਕੇ ਆਉਣਗੇ ਕਿ ਜਿਹੜਾ ਕੰਧਾਂ ਦੇ ਉੱਤੇ ਬੋਰਡ ਲੱਗੇ ਆ ਕਿ ਆਸਟ੍ਰੇਲੀਆ ਜਾਣ ਨੂੰ ਮਿਲੋ, ਕੈਨੇਡਾ ਜਾਣ ਨੂੰ ਮਿਲੋ, ਇਹ ਬਹੁਤ ਜਲਦੀ ਪੰਜਾਬ 'ਚ ਇਹ ਬੋਰਡ ਉਤਰ ਜਾਣਗੇ। ਏਜੰਟਸ ਉੱਤੇ ਵੀ ਕੁਝ ਕਰੋਗੇ, ਕਿਉਂਕਿ ਕਈ ਵਾਰ ਕੀ ਹੁੰਦਾ ਹੈ ਕਿ ਏਜੰਟਸ ਪੈਸੇ ਪੂਸੇ ਖਾ ਲੈਂਦੇ ਲੇਕਿਨ ਬਾਹਰ ਨਹੀਂ ਭੇਜਦੇ, ਤੇ ਇਸ ਕਰਕੇ ਕਾਫੀ ਸ਼ਿਕਾਇਤਾਂ ਵੀ ਜਿਹੜੀ ਹੈ ਪੰਜਾਬ ਸਰਕਾਰ ਦੇ ਕੋਲ। ਮੇਰਾ ਇਹੀ ਸੁਝਾਅ ਹੈ ਕਿ ਆਪਣੀ ਸਰਕਾਰ ਦੇ ਅੱਗੇ ਕਿ ਇਹਦੇ ਉੱਤੇ ਪਾਲਿਸੀ ਬਣਨੀ ਚਾਹੀਦੀ। ਜਿਹੜੇ ਏਜੰਟ ਹੈ, ਏਜੰਟਾਂ ਦੇ ਉੱਤੇ ਵੀ ਬਹੁਤ ਵੱਡਾ, ਕਿਉਂਕਿ ਲੋਕਾਂ ਦੇ ਗਰੀਬ ਲੋਕ ਹੈ, ਲੋਕ ਇਮਾਨਦਾਰ ਲੋਕ ਉੱਥੇ ਦੇ ਲੋਕਾਂ ਨੂੰ ਆਪਣੇ ਝਾਂਸੇ 'ਚ ਲੈ ਕੇ ਠੱਗਿਆ ਜਾਂਦਾ, ਕਿਉਂਕਿ ਹਰ ਬੰਦਾ ਏਜੰਟ ਬਾਹਰ ਨਹੀਂ ਬੰਦੇ ਭੇਜ ਰਿਹਾ। ਕਈਆਂ ਨੇ ਦਫ਼ਤਰ ਖੋਲ੍ਹੇ ਸਿਰਫ ਪੈਸੇ ਲੁੱਟਣ ਦੇ ਲਈ, ਕਿਉਂਕਿ ਪਿੰਡ ਦੇ ਵਿੱਚੋਂ ਕੋਈ ਜਾਂਦੇ ਆ ਜ਼ਿਮੀਂਦਾਰ ਵਿਚਾਰੇ, ਉਹ ਆ ਕੇ ਪੁੱਛਦੇ ਕਿ ਸਾਡਾ ਬੱਚਾ ਕਿੰਨੇ 'ਚ ਬਾਹਰ ਚਲਾ ਜਾਏਗਾ। ਇਹ ਕਹਿੰਦੇ 40 ਲੱਖ 35 ਲੱਖ, ਉਹਨਾਂ ਨੂੰ ਗੁੰਮਰਾਹ ਕਰਕੇ ਉਹਨਾਂ ਕੋਲ ਪੈਸੇ ਲੈ ਜਾਂਦੇ ਆ। ਉਹ ਬਾਅਦ ਦੇ ਵਿੱਚ ਵਿਚਾਰੇ ਥਾਣੀਆਂ ਕਚਹਿਰੀਆਂ ਧੱਕੇ ਖਾਂਦੇ ਫਿਰਦੇ ਆ, ਉਹਨਾਂ ਨੂੰ ਪੈਸੇ ਨਹੀਂ ਮਿਲਦੇ। ਪਰ ਮੈਂ ਜਲੰਧਰ ਦੇ ਵਿੱਚ ਇੱਕ ਪਾਲਿਸੀ ਲੈ ਕੇ ਆ ਰਿਹਾ ਕਿ ਜਿਹੜੇ ਲੋਕਾਂ ਨਾਲ ਧੱਕਾ ਇੱਦਾਂ ਦਾ ਹੋਇਆ ਉਹਨਾਂ ਦੇ ਲਈ ਮੈਂ ਸਪੈਸ਼ਲ ਇੱਕ ਡੇ ਰੱਖਣ ਲੱਗਾ ਕਿ ਜਿਨ੍ਹਾਂ ਲੋਕਾਂ ਦੇ ਕੋਲ ਪੈਸੇ ਏਜੰਟਾਂ ਨੇ ਠੱਗੇ ਆ ਉਹਨਾਂ ਲੋਕ ਆ ਕੇ ਕੰਟੈਕਟ ਕਰਨ। ਮੈਂ ਉਹ ਸਾਰੇ ਦੀ ਸਾਰੀ ਫਾਈਲ ਸੀਐਮ ਸਾਹਿਬ ਤੱਕ ਪਹੁੰਚਾਵਾਂਗਾ। ਪਰ ਇੱਕ ਮੰਗ ਮੈਂ ਹੋਰ ਕਰਾਂਗਾ ਕਿ ਸਭ ਤੋਂ ਵੱਡਾ ਜਿਹੜਾ ਪੰਜਾਬ ਦੇ ਵਿੱਚ ਟੈਕਸ ਦਾ ਪੈਸਾ ਹੈ, ਕਿ ਅਗਰ ਇਹ ਜਿਹੜੇ ਲੋਕ ਸਟੱਡੀ ਬੇਸ ਦਾ ਕੰਮ ਕਰ ਰਹੇ ਇਹਨਾਂ ਨੂੰ ਜੀਐਸਟੀ ਕਿਉਂ ਨਹੀਂ ਲੱਗ ਰਿਹਾ?
ਕਿ ਜੇ ਕਰੋੜਾਂ ਰੁਪਏ ਦਾ ਜਿਹੜਾ ਇਹ ਕਰ ਰਿਹਾ ਇਹਨਾਂ ਦੇ ਉੱਤੇ ਵੀ ਕੋਈ GST ਲੱਗਣਾ ਚਾਹੀਦਾ ਕਿ ਜਿਹੜਾ ਪੈਸਾ ਸਰਕਾਰ ਦੀ ਜੇਬ ਦੇ ਵਿੱਚ ਆਵੇ। ਕੋਈ ਕੈਬਨਿਟ ਕੋਈ ਇਦਾਂ ਦਾ ਕੋਈ ਪਾਲਿਸੀ ਲੈ ਕੇ ਆਵੇ ਕਿ ਜਿੰਨੇ ਵੀ ਲੋਕ ਹੈ ਏਜੰਟ ਬੈਠੇ ਆ ਜਿਹੜੇ ਬਾਹਰ ਨਾਮ ਦੇ ਜਿਹੜੇ ਬੱਚੇ ਭੇਜਣ ਦੇ, ਕਈ ਲੋਕ ਤੇ ਫਰੋਡ ਕਰ ਰਹੇ, ਕਈ ਲੋਕ, ਕਿਉਂਕਿ ਸਾਰੇ ਲੋਕ ਇੱਕ ਬਰਾਬਰ ਨਹੀਂ ਹੈ, ਕਈ ਲੋਕ ਬਹੁਤ ਅੱਛੇ ਆ ਕਿਉਂਕਿ ਇੱਕ ਨੰਬਰ ਦਾ ਕੰਮ ਕਰ ਰਹੇ ਆ, ਉਹਨਾਂ ਕੋਲ ਲਾਇਸੈਂਸ ਹੈ। ਪਰ ਮੈਂ ਇੱਕ ਜ਼ਰੂਰ ਕਹਾਂਗਾ ਕਿ ਇਹਨਾਂ ਉੱਤੇ ਜਿਹੜਾ ਇਹਨਾਂ ਨੂੰ ਅੱਜ ਤੱਕ ਇਹਨਾਂ ਦੀ ਪਾਲਿਸੀ ਦੇ ਵਿੱਚ ਨਹੀਂ ਆਇਆ, ਇਹਨਾਂ ਨੂੰ GST ਲੱਗਣਾ ਚਾਹੀਦਾ ਕਿ ਕਿੰਨੇ ਦਾ ਜਿਹੜਾ ਟੈਕਸ ਜਿਹੜਾ ਪੈਸਾ ਜਾ ਰਿਹਾ, ਇਹਨਾਂ ਨੂੰ ਕਿੰਨੀ ਇਨਕਮ ਆ ਰਹੀ ਹੈ, ਉਸ ਇਨਕਮ ਦੇ ਉੱਤੇ ਟੈਕਸ ਲੱਗ ਕੇ ਸਰਕਾਰ ਨੂੰ ਵੀ ਇਨਕਮ ਆਵੇ ਇਹਨਾਂ ਤੋਂ। ਅੱਜ ਤੱਕ ਇਹਨਾਂ ਨੂੰ ਕੋਈ ਵੀ ਇਨਕਮ ਸਰਕਾਰ ਨੂੰ ਇਹਨਾਂ ਤੋਂ ਨਹੀਂ ਆ ਰਹੀ। ਵਿਧਾਇਕ ਸ਼ੀਤਲ ਜੀ ਦੇ ਨਾਲ ਗੱਲਬਾਤ ਲਗਾਤਾਰ ਜਾਰੀ ਹੈ। ਸਰ, ਤੁਸੀਂ ਪ੍ਰੋਫੈਸ਼ਨਲ ਲਾਈਫ ਬਾਰੇ ਦੱਸਿਆ ਕਿ ਰਾਜਨੀਤੀ ਦੇ ਵਿੱਚ ਕਿੱਥੋਂ ਸ਼ੁਰੂਆਤ ਕੀਤੀ ਤੇ ਕਿਹੜੇ ਤੁਹਾਡੇ ਰਾਜਨੀਤਿਕ ਗੁਰੂ ਰਹੇ। ਹੁਣ ਪਰਸਨਲ ਗੱਲਾਂ ਕਰਦੇ ਹਾਂ। ਆਮ ਤੌਰ ਤੇ ਜਿਹੜਾ ਵਿਅਕਤੀਤਵ ਰਹਿੰਦਾ ਹੈ ਦੋ ਤਰ੍ਹਾਂ ਦਾ ਹੁੰਦਾ ਹੈ, ਇੱਕ ਲੀਡਰ ਦਾ, ਬਾਹਰ ਤੁਸੀਂ ਕੁਝ ਹੋਰ ਹੁੰਦੇ ਹੋ ਤੇ ਘਰ ਵਿੱਚ ਵੀ ਕੁਝ ਹੋਰ ਹੁੰਦੇ ਹੋ, ਹੈ ਨਾ, ਪਰਸਨਲ ਲਾਈਫ ਦੇ ਵਿੱਚ। ਤੇ ਤੁਹਾਡੀ ਪਰਸਨੈਲਿਟੀ ਬਾਰੇ ਗੱਲ ਕਰੀਏ ਸਰ, ਇੱਦਾਂ ਹੀ ਰਹਿੰਦੇ ਹੋ? ਬਿਲਕੁਲ ਇੱਦਾਂ ਰਹਿਣਾ ਜੀ। ਮੈਨੂੰ ਬੱਚਿਆਂ ਨਾਲ ਬਹੁਤ ਪਿਆਰ ਹੈ ਤਾਂ ਬਸ ਉਹਨਾਂ ਨੂੰ ਵੇਟ ਰਹਿੰਦੀ ਹੈ ਕਿ ਕਦ ਮੈਂ ਘਰ ਆਵਾਂ। ਉਹ ਵੀ ਕਾਫੀ ਇੰਤਜ਼ਾਰ ਰਹਿੰਦੇ ਜਿਸ ਟਾਈਮ ਲੇਟ ਹੋ ਜਾਂਦੇ ਆ ਤੇ ਬਸ ਕਿ ਜ਼ਿਆਦਾਤਰ ਉਹਨਾਂ ਨੇ ਕਿ ਪੂਰੀ ਫੈਮਿਲੀ ਜੁਆਇੰਟ ਫੈਮਿਲੀ ਹੈ ਤੇ ਪਰ ਸਾਰੇ ਬੱਚੇ ਅਗਰ ਕੋਈ ਗੱਲ ਹੈ ਦਿਲ ਦੀ ਮੇਰੇ ਨਾਲ ਕਰ ਲੈਂਦੇ ਆ ਕਿਉਂਕਿ ਵੱਡੇ ਭਾਈ ਸਾਹਿਬ ਦੇ ਬੇਟੇ ਹੈ ਦੋ, ਛੋਟਾ ਹੈ ਜਿਹੜਾ ਮੇਰੇ ਤੋਂ ਉਹਦੀ ਬੇਟੀ ਹੈ ਤੇ ਉਹ ਤੋਂ ਛੋਟਾ ਉਹਦੇ ਵੀ ਇੱਕ ਬੇਟਾ ਇੱਕ ਬੇਟੀ ਹੈ। ਮੇਰੀ ਬੇਟੀ ਵੱਡੀ ਹੈ ਤੇ ਮੇਰਾ ਛੋਟਾ ਉਸ ਤੋਂ ਬੇਟਾ। ਪਰ ਉਹ ਹੈ ਕਿ ਸਾਰੇ ਕੁੱਲ ਮਿਲ ਕੇ ਮੇਰੇ ਨਾਲ ਗੱਲ ਕਰਦੇ ਆ ਜੀ। ਜੇ ਕੋਈ ਵੀ ਗੱਲ ਹੈ ਜਾਂ ਕੋਈ ਚੀਜ਼ ਦਾ ਬੱਚੇ ਮੰਗਦੇ ਅੱਜ ਕੱਲ੍ਹ, ਉਹਨਾਂ ਨੇ ਬਸ ਕਿਹਾ ਹੀ ਕਹਿ ਦੇਣਾ ਜਾਂ ਮੈਨੂੰ ਤੇ ਜਾਂ ਮੇਰੇ ਤੋਂ ਛੋਟੇ ਬ੍ਰਦਰ ਲਲਿਤ ਨੂੰ। ਉਹਨਾਂ ਨੂੰ ਜਿੱਦ ਹੁੰਦੀ ਹੈ ਕਿ ਜੇ ਤੇ ਉਹ ਚੀਜ਼ ਲੈਣੀ ਹੈ ਤੇ ਚਾਚੂ ਨੂੰ ਫੜ ਲਓ, ਜੇ ਕੋਈ ਮਾੜੀ ਮੋਟੀ ਕਿਤੇ ਚੀਜ਼ ਰਹਿ ਗਈ ਹੈ ਉਹਨਾਂ ਨੇ ਉਹ ਮੇਰੇ ਕੋਲ ਕਰਾ ਕੇ ਆਪਣੀ ਚੀਜ਼ ਮਨਵਾ ਲੈਣੀ ਹੈ। ਇੱਦਾਂ ਦੇ ਬੱਚਿਆਂ ਦਾ ਜੀ ਸਾਰੀ ਜੁਆਇੰਟ ਸਾਰੀ ਫੈਮਿਲੀ ਹੈ ਜੇ ਘਰ ਦੇ। ਹੁਣ ਕਿੰਨਾ ਸਮਾਂ ਦੇ ਪਾ ਰਹੇ ਹੋ ਫੈਮਿਲੀ ਨੂੰ? ਸਮਾਂ ਬਹੁਤ ਘੱਟ ਦੇ ਪਾ ਰਹੇ। ਇਲੈਕਸ਼ਨਾਂ ਦੇ ਵਿੱਚ ਤਾਂ ਬੱਚਿਆਂ ਨੂੰ ਦੇਖਿਆ ਨੂੰ ਬੜੇ ਦਿਨ ਹੋ ਗਏ ਸੀ। ਜਦੋਂ ਜਾਂ ਸਵੇਰੇ ਉੱਠੀਦਾ ਸੀ ਸੁੱਤੇ ਹੁੰਦੇ ਸੀ, ਜਦੋਂ ਘਰ ਵਾਪਸ ਆਈਦਾ ਸੀ ਉਦੋਂ ਵੀ ਸੁੱਤੇ ਹੁੰਦੇ ਸੀ। ਅਤੇ ਇਸ ਕਰਕੇ ਇੱਕ ਦਿਨ ਮੇਰੀ ਬੇਟੀ ਕਹਿੰਦੀ, ਪਾਪਾ ਕਿੰਨੇ ਦਿਨ ਹੋ ਗਿਆ ਤੁਸੀਂ ਮੈਨੂੰ ਮਿਲੇ ਹੀ ਨਹੀਂ ਹੈਗੇ। ਅਤੇ ਬੱਚਿਆਂ ਕਰਕੇ ਮੈਂ ਕਿਹਾ ਜੀ ਬੇਟਾ ਹੁਣ ਇਹ ਰਾਜਨੀਤੀ ਦੇ ਵਿੱਚ ਇੱਦਾਂ ਹੀ ਹੁੰਦਾ ਕਿ ਜਿੱਥੇ ਤੁਹਾਡੀ ਸੇਵਾ ਉੱਥੇ ਸਮਾਜ ਦੀ ਵੀ ਕਰਨੀ ਹੈ, ਇਸ ਕਰਕੇ ਜਾਣਾ ਪੈਂਦਾ। ਪਰ ਇਹ ਹੈ ਕਿ ਮੇਰੀ ਫੈਮਿਲੀ ਨੇ ਮੈਨੂੰ ਬਹੁਤ ਸਪੋਰਟ ਕੀਤੀ ਹੈ ਕਿਉਂਕਿ ਜਿਹੜਾ ਇਲੈਕਸ਼ਨ ਮੈਂ ਲੜਿਆ ਨਾ, ਮੇਰੀ ਫੈਮਿਲੀ ਨੇ ਮੈਨੂੰ ਇੰਨੀ ਕੁ ਸਪੋਰਟ ਕੀਤੀ ਹੈ। ਮੇਰੇ ਆਪਣੇ ਪਰਿਵਾਰ ਨੇ, ਮੇਰੇ ਤਾਏ ਚਾਚੇ ਭੂਆ, ਜਿੰਨਾ ਵੀ ਮੇਰਾ ਪੂਰਾ ਖਾਨਦਾਨ ਸੀ, ਉਹਨਾਂ ਨੇ ਇਲੈਕਸ਼ਨ ਲੜਿਆ ਕਿ ਆਪ ਲੜ ਰਹੇ ਹੋ। ਐਕਚੁਅਲੀ ਇੱਕ ਜਗ੍ਹਾ ਸੇਮ ਟਾਈਮ ਹੁੰਦਾ 6 ਵਜੇ ਜਾਣਾ ਹੈ ਮੀਟਿੰਗ 'ਤੇ, ਅਤੇ ਜਿੱਦਾਂ ਮਤਲਬ ਕਿ ਉੱਥੇ ਮੇਰੀ ਵੀ ਮੰਗ ਹੈ ਕਿ ਸ਼ੀਤਲ ਅੰਗਰਾਲ ਆਵੇ, ਦੂਸਰੀ ਜਗ੍ਹਾ ਵੀ ਸ਼ੀਤਲ ਅੰਗਰਾਲ ਮੰਗ ਰਹੇ, ਸੇਮ ਟਾਈਮ 5 ਜਗ੍ਹਾ। ਫਿਰ ਕਿਤੇ ਵਾਈਫ ਜਾ ਰਹੀ ਹੈ, ਕਿਤੇ ਵੱਡੇ ਭਾਜੀ ਜਾ ਰਹੇ ਆ, ਕਿਤੇ ਛੋਟਾ ਬ੍ਰਦਰ ਜਾ ਰਿਹਾ, ਕਿਤੇ ਨਹੀਂ ਹੈ ਅਤੇ ਆਪਣੀਆਂ ਭੂਆ ਭੇਜ ਰਿਹਾ। ਮਤਲਬ ਕਿਸੇ ਨੂੰ ਨਾਰਾਜ਼ ਨਹੀਂ ਹੈਗਾ ਕਿ ਉਹਨੂੰ ਲੱਗੇ ਕਿ ਕੋਈ ਘਰ ਦਾ ਜੀ ਆ ਗਿਆ, ਬਾਕੀ ਸ਼ੀਤਲ ਭਾਜੀ ਬਾਅਦ 'ਚੋਂ ਆ ਜਾਣਗੇ। ਪਰ ਅਸੀਂ ਸਾਰੀ ਜਿੰਨੀ ਵੀ ਅਸੀਂ ਕੰਪੇਨ ਕੀਤੀ ਹੈ ਪੂਰੇ ਪਰਿਵਾਰ ਨੇ ਕੀਤੀ ਰਲ ਕੇ। ਪਰ ਅਸੀਂ ਫਿਰ ਉਹ ਲੋਕਾਂ ਦਾ ਪਿਆਰ ਮਿਲਦਾ ਗਿਆ ਨਾਲ ਨਾਲ ਕਾਫਲਾ ਵੱਡਾ ਹੁੰਦਾ ਗਿਆ ਅਤੇ ਅੱਜ ਉਸ ਕਾਫਲੇ ਦਾ ਨਤੀਜਾ ਤੁਹਾਡੇ ਸਾਹਮਣੇ ਬੈਠਾ ਜੀ। ਅੱਛਾ, ਸਕੂਲ ਕਾਲਜ ਦੀ ਸ਼ੁਰੂਆਤ ਕਿੱਥੋਂ ਕੀਤੀ ਅਤੇ ਕਿੱਦਾਂ ਦੇ ਸਟੂਡੈਂਟ ਸੀਗੇ? ਸਟੂਡੈਂਟ ਐਕਚੁਅਲੀ ਜਿਹੜੀ ਤੁਹਾਨੂੰ ਮੈਸੇਜ ਲਾਈ, ਮੇਰੇ ਪਰਿਵਾਰ ਦੇ ਵਿੱਚ ਬੜੀ ਗਰੀਬੀ ਸੀ, ਪਰ ਇਹ ਸਾਈਕਲ ਵੀ ਨਹੀਂ ਸੀ ਸਕੂਲ ਜਾਣ ਦੇ ਲਈ। ਜਿਸ ਟਾਈਮ ਸਕੂਲ ਦੇ ਵਿੱਚ ਸਾਈਕਲ ਨਹੀਂ ਹੈਗੀ ਸੀ। ਘਰ ਦੇ ਉੱਤੋਂ 5 ਕਿਲੋਮੀਟਰ ਸਕੂਲ ਹੋਣਾ, ਪੈਦਲ ਜਾਣਾ, ਬਸਤੀਆਂ ਦੇ ਉੱਤੇ ਐਡੇ ਭਾਰੇ ਹੋਣੇ, ਚੱਕ ਕੇ ਲੈ ਕੇ ਜਾਣੇ। ਪਰ ਕਈ ਵਾਰੀ ਮਨ ਕਰਨਾ ਕਿ ਜ਼ਿੰਦਗੀ ਕਿੱਦਾਂ ਦੀ ਹੈ। ਬਚਪਨ ਦੇ ਵਿੱਚ ਕਈ ਲੋਕਾਂ ਨੂੰ ਦੇਖਣਾ ਕਿ ਬਹੁਤ ਵਧੀਆ ਪਰਿਵਾਰ ਦੇ ਬੱਚੇ ਉੱਥੇ ਪੜ੍ਹਨ ਆਉਂਦੇ, ਪਰ ਉਹਨਾਂ ਦੇ ਮੁਕਾਬਲੇ ਸੀ ਕੁਛ ਨਹੀਂ ਸੀ। ਪਰ ਆਪਣੇ ਜੀਵਨ ਦੇ ਵਿੱਚ ਇੱਕ ਚੀਜ਼ ਸਿੱਖੀ ਸੀ ਮੈਨੂੰ ਜਦੋਂ ਜਾਣਾ ਸੀ, ਚਾਰੋਂ ਬ੍ਰਦਰ ਇੱਕੋ ਸਕੂਲ 'ਚ ਪੜ੍ਹਦੇ ਸੀ, ਸੋਸ਼ਲ ਮੋਡਲ ਸਕੂਲ 'ਚ ਮੈਂ ਪੜ੍ਹਿਆ। ਮੈਂ 9th ਤੱਕ ਉੱਥੇ ਪੜ੍ਹਿਆ, 10th ਮੈਂ ਹੁਣ ਕੀਤੀ ਸੀ ਬਾਅਦ ਦੇ ਵਿੱਚ, ਕਿਉਂਕਿ ਮੈਂ ਕਾਰੋਬਾਰ ਦੇ ਵਿੱਚ ਆਪਣੇ ਫਾਦਰ ਨਾਲ ਲੱਗ ਗਿਆ ਸੀ। ਕਿਸ ਚੀਜ਼ ਦਾ ਕਾਰੋਬਾਰ ਸੀ? ਅਸੀਂ ਸਭ ਤੋਂ ਪਹਿਲੇ ਫੁੱਟਬਾਲ ਦਾ ਕੰਮ ਕੀਤਾ, ਫਿਰ ਮੈਂ ਲੈਦਰ ਦਾ ਕੰਮ ਕੀਤਾ। ਲੈਦਰ ਦਾ ਮੈਂ ਬਹੁਤ ਛੋਟੀ ਉਮਰ ਦੇ ਵਿੱਚ ਸੀ, ਮੇਰੀ ਉਦੋਂ ਉਮਰ 17 ਸਾਲ ਦੀ ਸੀ ਜਿਸ ਟਾਈਮ ਮੈਂ ਇੰਡਸਟਰੀ ਲਗਾ ਲਈ ਸੀ ਲੈਦਰ ਦੀ। ਪਰ ਬੜੀ ਮਿਹਨਤ ਕਰਕੇ ਲਗਾਈ, ਰੁਪਈਆ ਜੋੜ ਕੇ ਮਿਹਨਤ ਕੀਤੀ। ਇਹ ਹਾਲਾਤ ਸੀ ਕਿ ਇਸ ਟਾਈਮ ਘਰ ਦੇ ਕਿ ਅਸੀਂ ਸਾਰੇ ਜੀ ਪਰਿਵਾਰ ਘਰ ਦੇ, ਛੋਟੇ ਬ੍ਰਦਰ, ਮੈਂ, ਮੇਰੀ ਮਦਰ, ਮੇਰੇ ਫਾਦਰ, ਅਸੀਂ ਫੁੱਟਬਾਲ ਸਟਿਚ ਕਰਦੇ ਸੀ ਕਿ ਇੱਕ ਦਿਨ ਦੇ ਵਿੱਚ ਸਾਰੇ ਜਣੇ ਕੰਮ ਕਰਨ ਤੋਂ ਬਾਅਦ ਕੋਈ 125 ਰੁਪਇਆ ਬਣਦਾ ਸੀ। ਮਤਲਬ ਕਿ 125 ਰੁਪਏ ਦੇ ਨਾਲ ਪੂਰੇ ਘਰ ਦਾ ਗੁਜ਼ਾਰਾ ਕਿੱਦਾਂ ਹੁੰਦਾ ਤੁਹਾਨੂੰ ਪਤਾ ਨਹੀਂ ਹੋ ਸਕਦਾ, ਪਰ ਹਾਲਾਤ ਸੀ, ਉਸ ਹਾਲਾਤਾਂ 'ਚ ਜੀਣਾ ਪਿਆ। ਪਰ ਇੱਦਾਂ ਦੇ ਹਾਲਾਤ ਨਾਲ ਕੰਪਰੋਮਾਈਜ਼ ਕੀਤਾ ਕਿ ਜੋ ਪਰਮਾਤਮਾ ਨੂੰ ਮਨਜ਼ੂਰ ਉਹੀ ਹੋਣਾ। ਜਿਹੜਾ ਕਮਰਾ ਸੀ ਘਰ ਦਾ, ਇੱਕੋ ਹੀ ਕਮਰਾ ਸੀ, ਉਸੇ ਕਮਰੇ 'ਚ ਰਸੋਈ ਸੀ, ਉਸੇ ਕਮਰੇ 'ਚ ਚਾਰੋਂ ਬ੍ਰਦਰ ਸੌਂਦੇ ਸੀ, ਉਸੇ ਕਮਰੇ 'ਚ ਫਾਦਰ ਸੀ, ਉਸੇ ਕਮਰੇ 'ਚ ਮਦਰ ਸੀ। ਇੱਕੋ ਹੀ ਕਮਰਾ 14x14 ਦਾ ਬਾਲਿਆਂ ਵਾਲਾ। ਮੈਂ ਅੱਜ ਵੀ ਉਹ ਘਰ ਰੱਖਿਆ, ਮੈਂ ਸੇਲ ਨਹੀਂ ਕੀਤਾ ਅਜੇ ਤੱਕ ਉਹ ਘਰ। ਉੱਥੇ ਮੇਰੇ ਚਾਚਾ ਜੀ ਰਹਿੰਦੇ ਛੋਟੇ,
ਪਰ ਬੜੀ ਜ਼ਿੰਦਗੀ ਦੇ ਜੀਵਨ ਦੇ ਨਾਲ ਬੜੀ ਲੜਾਈ ਲੜੀ, ਸੰਘਰਸ਼ ਕੀਤਾ ਕਿ ਅੱਗੇ ਵਧਣਾ ਹੈ, ਅੱਗੇ ਵਧਣਾ ਹੈ। ਉਹੀ ਚੀਜ਼ ਮਨ ਦੇ ਵਿੱਚ ਸੀ ਕਿ ਕਿੱਦਾਂ ਅੱਗੇ ਵਧਿਆ ਜਾ ਸਕਦਾ। ਪਰ ਕਦੀ ਵੀ ਜਿਸ ਚੀਜ਼ ਨੂੰ ਹੱਥ ਪਾਇਆ ਕਿ ਇਹ ਸੋਚਿਆ ਨਹੀਂ ਕਿ ਕਦੀ ਇਹ ਤੂੰ ਹਾਰ ਜਾਣਾ। ਬਸ ਮਿਹਨਤ ਕਰਦੇ ਗਿਆ, ਮਿਹਨਤ ਕਰਨ ਦੇ ਨਾਲ ਪਰਮਾਤਮਾ ਦੇ ਉੱਤੇ ਵਿਸ਼ਵਾਸ ਬਹੁਤ ਵੱਡਾ ਸੀ। ਪਰ ਜਿਹੜਾ ਰਾਜਨੀਤੀ ਦੇ ਵਿੱਚ ਮੈਂ ਆਇਆ ਨਾ, ਇਹ ਮੈਂ ਠੋਕਰਾਂ ਖਾ ਕੇ ਆਇਆ ਕਿ ਜਿਹੜੇ ਮੇਰੇ ਵਿਰੋਧੀ ਲਗਾ ਲਓ, ਪਤਾ ਨਹੀਂ, ਮੈਂ ਤਾਂ ਉਹਨਾਂ ਨੂੰ ਵਿਰੋਧੀ ਮੰਨਦਾ ਨਹੀਂ ਸੀ ਆਪਣਾ, ਉਹਨਾਂ ਦੇ ਮਨ ਦੇ ਵਿੱਚ ਸੀ। ਇਹ 2001 ਦੀ ਗੱਲ ਹੈ, 2001 4/9/2001 ਦੀ ਗੱਲ ਹੈ। ਮੇਰੇ ਫਾਦਰ ਦੇ ਉੱਤੇ ਬਹੁਤ ਵੱਡਾ ਅਟੈਕ ਕੀਤਾ ਉਹਨਾਂ ਨੇ। ਮੇਰੇ ਫਾਦਰ ਦਾ ਮਰਡਰ ਕਰਕੇ ਉਹਨਾਂ ਨੇ ਇੱਕ ਹਿਸਾਬ ਦਾ ਸਾੜ ਦਿੱਤਾ ਸੀ। ਕਿਹਨਾਂ ਨੇ, ਕੌਣ ਸੀਗੇ? ਸੁਸ਼ੀਲ ਰਿੰਕੂ ਜਿਹੜੇ ਵਿਧਾਇਕ ਬਣੇ ਸੀ। ਅੱਛਾ, ਠੀਕ। ਉਹਨਾਂ ਨੇ ਮੇਰੇ ਫਾਦਰ ਦਾ ਮਰਡਰ ਕਰਨ ਦੀ ਕੋਸ਼ਿਸ਼ ਕੀਤੀ 4/9/2001 ਨੂੰ ਈਵਨਿੰਗ ਕਾਲਜ ਦੇ ਬਾਹਰ। ਪਰ ਪਬਲਿਕ ਇਹ ਸੋਚਦੀ ਕਿ ਮੇਰੇ ਫਾਦਰ ਦੀ ਡੈਥ ਹੋ ਚੁੱਕੀ ਹੈ, ਕਿ ਉਹਨਾਂ ਦੇ ਵਿੱਚ ਬਲੱਡ ਵੀ ਨਹੀਂ ਹੈ। ਉਹਨਾਂ ਦੇ ਪੂਰੇ ਸਿਰ ਜ਼ਮੀਨ ਤੋਂ ਲੈ ਕੇ ਉੱਪਰ ਤੱਕ 600 ਕੁਛ ਸਟਿਚ ਉਹਨਾਂ ਦੇ ਲੱਗੇ ਹੋਏ। ਜਿਹੜਾ ਪੂਰਾ ਵਿਧਾਇਕ ਰਿਹਾ, ਉਹਨੇ ਖੁਦ ਮੇਰੇ ਫਾਦਰ ਨੂੰ ਟਕੂਏ ਨਾਲ ਕੱਟਿਆ, ਟਕੂਏ ਦੇ ਨਾਲ। ਅਤੇ ਫਿਰ ਉਸ ਹਾਲਾਤਾਂ ਦੇ ਵਿੱਚ ਅਸੀਂ ਬਹੁਤ ਛੋਟੇ ਸੀ। ਮੇਰੀ ਉਮਰ ਉਸ ਟਾਈਮ ਸਿਰਫ 18 ਸਾਲ ਦੀ, ਠੀਕ ਹੈ। ਵੱਡੇ ਭਾਈ ਦੀ 19 ਸਾਲ ਦੀ, ਛੋਟਾ ਜਿਹੜਾ ਮੇਰਾ ਬ੍ਰਦਰ ਸੀ 14 ਸਾਲ ਦੀ ਏਜ ਸੀ ਉਹਦੀ। ਉਹਨਾਂ ਦੀ ਸਰਕਾਰ ਸੀ ਕਾਂਗਰਸ ਦੀ, ਅਤੇ ਉਹਨਾਂ ਦੇ ਫਾਦਰ ਪਾਸ਼ਾ ਸੀ ਇਲਾਕੇ ਦੇ। ਉਹਨਾਂ ਨੇ ਬੜਾ ਧੱਕਾ ਕੀਤਾ ਸਾਡੇ ਨਾਲ, ਪਰ ਅਸੀਂ ਸਾਰਾ ਕੁਝ ਭੁੱਲ ਗਏ। 2003 ਦੇ ਵਿੱਚ ਸਾਨੂੰ ਕੋਰਟ ਨੇ ਬਰੀ ਕਰ ਦਿੱਤਾ, ਕੋਰਟ 'ਚੋਂ ਰਾਹਤ ਮਿਲੀ। ਪਰ ਅਸੀਂ 2003 ਤੋਂ ਬਾਅਦ ਮਿਹਨਤ ਕੀਤੀ, ਆਗੇ ਇਲਾਕੇ ਦੇ ਵਿੱਚ ਕੰਮ ਕੀਤਾ, ਪਰ ਕਦੀ ਵੀ ਕਿਸੇ ਨਾਲ ਕੋਈ ਵੈਰ, ਕਿਸੇ ਤਰੀਕੇ ਦਾ ਵਿਰੋਧ ਨਹੀਂ ਰੱਖਿਆ। ਪਤਾ ਨਹੀਂ ਜਿਸ ਟਾਈਮ 2017 ਦੇ ਵਿੱਚ ਇਹਨਾਂ ਕੋਲ ਸੱਤਾ ਆਈ ਹੈ, ਇਹਨਾਂ ਦੇ ਮਨ ਦੇ ਵਿੱਚ ਜਿਹੜੀ ਕਾਲ ਸੀ ਅੰਦਰ ਭਰਿਆ ਹੋਇਆ ਸੀ, ਇਹਨਾਂ ਨੇ 2017 'ਚ ਸਰਕਾਰ 'ਚ ਬਹਿੰਦੇ ਸਾਰ, ਜਿਸ ਟਾਈਮ ਵਿਧਾਇਕ ਬਣ ਕੇ, ਇਹਨਾਂ ਨੇ ਮੇਰੇ ਪਰਿਵਾਰ ਦੇ ਨਾਲ ਤਾਂ ਬਹੁਤ ਜ਼ਿਆਦਾ ਮਾੜੀਆਂ ਕੀਤੀਆਂ ਚਾਲੂ ਕਰ ਦਿੱਤੀਆਂ। ਮੈਨੂੰ ਇੰਨੀ ਘਟੀਆ ਜਗ੍ਹਾ ਦੇ ਵਿੱਚ ਇਹਨਾਂ ਨੇ ਮੈਨੂੰ ਸੱਟਣ ਦੀ ਕੋਸ਼ਿਸ਼ ਕੀਤੀ ਕਿ ਮੇਰਾ ਜਿਹੜਾ ਕੈਰੀਅਰ ਡੁੱਬ ਜਾਵੇ। ਪਰ ਮੈਂ ਬਹੁਤ ਧੰਨਵਾਦ ਹਾਂ ਹਾਈ ਕੋਰਟ ਦਾ, ਮਾਨਯੋਗ ਹਾਈ ਕੋਰਟ 'ਚ ਮੈਂ ਗਿਆ, ਹਰ ਕੇਸ ਦੀ ਮੈਂ ਜਿਹੜੀ ਰਾਹਤ ਹੈ ਮੈਂ ਹਾਈ ਕੋਰਟ ਤੋਂ ਲੈ ਕੇ ਆਇਆ। ਪਰ ਮੈਨੂੰ ਇਹਨਾਂ ਨੇ 4 ਸਾਲ ਜੀਣ ਨਹੀਂ ਦਿੱਤਾ, ਸਰਕਾਰ ਨੇ, ਕਾਂਗਰਸ ਦੀ। ਪਰ ਮੈਂ ਹਿੰਮਤ ਮੇਰੇ 'ਚ ਬਹੁਤ ਸੀ, ਮੇਰੇ ਪਰਿਵਾਰ ਦਾ ਮੇਰੇ 'ਤੇ ਬਹੁਤ ਵੱਡਾ ਹੌਂਸਲਾ ਸੀ ਕਿ ਜੋ ਹੈਗਾ ਦੇਖੀ ਜਾਏਗੀ, ਕੋਈ ਗੱਲ ਨਹੀਂ, ਅਸੀਂ ਸੱਚੇ ਆ ਨਾ, ਪਰਮਾਤਮਾ ਦੇਖ ਰਿਹਾ। ਇਹੀ ਮੇਰੀ ਮਦਰ ਨੇ ਬਾਰ-ਬਾਰ ਗੱਲ ਕਹਿਣੀ, ਮੇਰੀ ਵਾਈਫ ਨੇ ਮੈਨੂੰ ਸਪੋਰਟ ਕਰਨੀ ਕਿ ਪਰਮਾਤਮਾ ਦੇ ਉੱਤੇ ਕੁਛ ਨਹੀਂ ਹੈ, ਤੁਸੀਂ ਪਰਮਾਤਮਾ 'ਤੇ ਵਿਸ਼ਵਾਸ ਕਰੋ, ਜ਼ਰੂਰ ਚੰਗਾ ਹੋਏਗਾ। ਪਰ ਉਸੇ ਵਿਸ਼ਵਾਸ ਦੇ ਵਿੱਚ ਮੇਰੇ 'ਤੇ ਅੱਜ ਤੱਕ ਮੈਨੂੰ ਕਦੀ ਵੀ ਮੇਰਾ ਬਾਰ ਵਿੰਕਾ ਨਹੀਂ ਹੋਇਆ। ਬਾਕੀ ਸਮੇਂ ਬਾਈ ਸਮੇਂ ਚੱਲਦਾ ਗਿਆ, ਸਕੂਲ 'ਚੋਂ ਨਿਕਲੇ, ਕੰਮ 'ਚ ਪੈ ਗਏ, ਕੰਮ 'ਚੋਂ ਨਿਕਲੇ, ਮੈਰਿਜ ਹੋ ਗਈ 2007 ਦੇ ਵਿੱਚ। 7 ਤੋਂ ਬਾਅਦ 2008 ਦੇ ਵਿੱਚ ਬੇਟੀ ਦਾ ਜਨਮ ਹੋ ਗਿਆ। ਮੇਰੇ ਘਰ ਦੇ ਵਿੱਚ, ਮੇਰੇ ਪਰਿਵਾਰ 'ਚ ਪਹਿਲੀ ਬੇਟੀ ਹੈ ਮੇਰੀ, ਉਹ ਵੀ ਮਤਲਬ ਕਿ ਪਰਿਵਾਰ ਦੇ ਵਿੱਚ ਰੱਬ ਅੱਗੇ ਅਰਦਾਸ ਕਰਕੇ ਲਈ ਕਿ ਘਰ ਬੇਟੀ ਹੋਵੇ, ਕਿ ਅਸੀਂ ਕਰਮਾਂ ਵਾਲੇ। ਅਤੇ ਬਸ ਸਭ ਤੋਂ ਪਹਿਲੇ ਬੇਟੀ ਆਈ ਘਰ ਦੇ ਵਿੱਚ, ਔਰ ਤੋਂ ਬਾਅਦ ਸਾਰਿਆਂ ਦਾ ਘਰ ਦੇ ਵਿੱਚ ਜਨਮ ਹੋਇਆ ਬੱਚਿਆਂ ਦਾ। ਪਰ ਪਰਮਾਤਮਾ ਕੋ ਜੋ ਮੰਗਿਆ ਉਹ ਮਿਲਿਆ। ਜ਼ਿੰਦਗੀ 'ਚ ਪਰਮਾਤਮਾ ਕੇ ਨਾਰਾਜ਼ਗੀ ਨਹੀਂ ਹੈਗੀ। ਤੁਸੀਂ ਕਿਹਾ 10ਵੀਂ ਤੁਸੀਂ ਹੁਣੇ ਕੀਤੀ? 10ਵੀਂ ਮੈਂ 2011 'ਚ ਕੀਤੀ ਸੀ, 12 ਸਾਲਾਂ ਬਾਅਦ। ਅੱਛਾ। ਜਾ ਕੇ ਉਹ ਵੀ ਕੀਤੀ, ਕਿਉਂਕਿ ਇਸ ਕਰਕੇ ਕੀਤੀ ਕਿ ਉਦੋਂ ਹਾਲਾਤ ਨਹੀਂ ਸੀ, ਦਿਲ ਕੀਤਾ ਪੜ੍ਹਨਾ ਕੀ ਹੈ, ਕੰਮ ਸੈੱਟ ਕਰਨੇ ਸੀ, ਠੀਕ ਨਹੀਂ। ਇਸ ਲਾਈਨ ਦੇ ਪਤਾ ਹੀ ਨਹੀਂ ਸੀ ਕਿ ਆਉਣਾ ਕਿ ਨਹੀਂ ਆਉਣਾ, ਇਸ ਲਾਈਨ ਦੇ ਉੱਦਾਂ ਹੀ ਬਸ ਮਨ ਗਿਆ ਪ੍ਰਾਈਵੇਟ ਕਰ। ਹੋਰ ਵੀ ਕਰੋਗੇ? ਉਸ ਤੋਂ ਬਾਅਦ ਸੋਚ ਰਿਹਾ ਹੁਣ ਕਿ ਨੈਕਸਟ ਅਗਲੇ ਸਾਲ ਹੁਣ ਦੁਬਾਰਾ ਗਿਆ, ਸੋਚ ਰਹੇ ਹਾਂ ਕਿ ਦੁਬਾਰਾ 2 ਸਾਲ ਹੋਰ ਲਾ ਲਈਏ। ਐਜੂਕੇਸ਼ਨ ਲਈ ਮੇਰੀ ਵਾਈਫ ਕਹਿ ਰਹੀ ਹੈ ਕਿ ਪੜ੍ਹੋ। ਮੇਰੀ ਵਾਈਫ ਵੈਸੇ ਉਹ BA ਕੀਤੀ ਉਹਨਾਂ ਨੇ, ਮੇਰੇ ਭਾਬੀ ਨੇ MA ਕੀਤੀ ਹੈ, ਜਿਹੜੇ ਉਸ ਤੋਂ ਛੋਟੇ ਵਾਲੀ ਉਹਨਾਂ ਨੇ ਵੀ, ਮੇਰਾ ਆਪਣਾ ਸਲੂਨ ਹੈ ਜਲੰਧਰ ਦੇ ਵਿੱਚ, ਅਕੈਡਮੀ ਹੈ KFC ਦੇ ਉੱਪਰ। ਇਹਦੇ 3 ਨੰਬਰ ਦੇ ਬ੍ਰਦਰ ਹੈ, ਇਹਦੇ 4th ਨੰਬਰ ਦੇ ਬ੍ਰਦਰ ਹੈ, ਔਰ ਉਹਨਾਂ ਦੀ ਵਾਈਫ ਵੀ ਫਿਜ਼ੀਓਥੈਰੇਪੀ ਡਾਕਟਰ ਹੈ ਘਰ ਦੇ ਵਿੱਚ। ਕਹਿਣ ਦਾ ਮਤਲਬ ਕਿ ਫੈਮਿਲੀ ਦੇ ਵਿੱਚ ਬਹੁਤ ਵਧੀਆ ਤਾਲਮੇਲ ਹੈ ਸਾਰਿਆਂ ਨਾਲ, ਕਿ ਜਿਹੜੀਆਂ ਘਰ ਦੇ ਵਿੱਚ ਜਿਹੜੀਆਂ ਵੀ ਜ਼ਰੂਰਤਾਂ ਸਾਰੀਆਂ ਰਲ ਮਿਲ ਕੇ ਪੂਰੀਆਂ ਕਰ ਲੈਂਦੀਆਂ। ਕਦੀ ਵੀ ਕਿਸੇ ਨੇ ਇੱਕ ਦੂਸਰੇ ਨਾਲ ਭੇਦਭਾਵ ਨਹੀਂ ਕੀਤਾ, ਜਿਹੜੀ ਰੋਟੀ ਉਹ ਕੰਮ ਕਰ ਲੈਂਦਾ ਅਤੇ ਘਰ ਦਾ ਗੁਜ਼ਾਰਾ ਚੱਲੀ ਜਾਂਦਾ। ਠੀਕ ਹੈ। ਅੱਛਾ, ਫਰੈਂਡਸ ਦੀ ਗੱਲ ਕਰੀਏ, ਫਰੈਂਡਸ ਬਹੁਤ ਜ਼ਰੂਰੀ ਰਹਿੰਦੇ ਆ ਤੁਹਾਡੇ ਲਾਈਫ ਵਿੱਚ, ਫਰੈਂਡਸ ਦਾ ਕਿੰਨਾ ਅਹਿਮ ਰੋਲ ਰਿਹਾ? ਬਹੁਤ ਵਧੀਆ ਜੀ। ਮੇਰੀ ਜ਼ਿੰਦਗੀ ਦੇ ਵਿੱਚ ਜਿਹੜੀ ਮੇਰੀ ਸਫ਼ਰ ਹੈ ਮੇਰੀ ਜ਼ਿੰਦਗੀ ਦਾ, ਉਹਦੇ ਵਿੱਚ ਮੇਰੇ ਦੋਸਤਾਂ ਦਾ ਬਹੁਤ ਵੱਡਾ ਯੋਗਦਾਨ ਹੈ। ਮੈਂ ਕਿ ਜਿਸ ਟਾਈਮ ਕਿਤੇ ਹਿੰਮਤ ਟੁੱਟ ਜਾਂਦੀ, ਆਪਣੇ ਆਪ ਨੂੰ ਕਮਜ਼ੋਰ ਸਮਝਦਾ ਸੀ, ਉਹ ਹਿੰਮਤ ਦੇ ਕੇ ਸਟਰੋਂਗ ਕਰ ਦਿੰਦੇ ਸੀ। ਕਿੰਨੀ ਕੈਂਪੇਨਿੰਗ ਕੀਤੀ ਉਹਨਾਂ ਨੇ? ਮੇਰੇ ਲਈ ਬਹੁਤ ਕੀਤਾ ਜੀ। ਕਈ ਲੋਕਾਂ ਨੇ ਚੋਰੀ ਕੀਤੀ, ਕਈਆਂ ਲੋਕਾਂ ਨੇ ਸਾਹਮਣੇ ਆ ਕੇ ਕੀਤੀ ਹੈ, ਕੋਈ ਕੁਛ ਮਜਬੂਰੀਆਂ ਹੋ ਸਕਦੀਆਂ ਕਿਸੇ ਦੀਆਂ, ਪਰ ਮੇਰੇ ਕਿਸੇ ਵੀ ਦੋਸਤ ਨੇ ਮੇਰੇ ਨਾਲ ਗਦਾਰੀ ਨਹੀਂ ਕੀਤੀ। ਜਿਹੜੇ ਵੀ ਮੇਰੇ ਆਪਣੇ ਮਿੱਤਰ ਦੋਸਤ, ਜਿਹੜੇ ਮੇਰੇ ਸੱਜੀਆਂ ਖੱਬੀਆਂ ਬਾਹਾਂ ਸੀ, ਉਹਨਾਂ ਨੇ ਦਿਨ ਰਾਤ ਲਾ ਕੇ ਮੈਨੂੰ MLA ਬਣਾਉਣ ਦੇ ਲਈ, ਮੇਰੇ ਲਈ ਅੱਜ ਨਹੀਂ ਪਿਛਲੇ ਕਾਫੀ ਸਾਲਾਂ ਤੋਂ ਮੈਨੂੰ ਵੀਕ ਨਹੀਂ ਹੋਣ ਦਿੱਤਾ।
ਜਿੱਥੇ ਕੋਈ ਜ਼ਰੂਰਤ ਸੀ, ਕਿਉਂਕਿ ਤੁਹਾਨੂੰ ਪਤਾ ਕਿ ਲੀਡਰ ਬਣਨ ਲਈ ਰੈਲੀਆਂ 'ਚ ਜਾਣਾ ਪੈਂਦਾ, ਧਰਨਿਆਂ 'ਚ ਜਾਣਾ ਪੈਂਦਾ। ਮੈਂ ਇਕੱਲਾ ਕੀ ਕਰ ਸਕਦਾ, ਇੱਥੋਂ ਸਪੋਰਟ ਚਾਹੀਦੀ ਸੀ। ਕਦੀ ਬੰਦੇ ਇਕੱਠੇ ਕਰਨੇ ਹੈ, ਕਦੀ ਬੱਸਾਂ ਭਰਨੀਆਂ ਹੈ, ਕਦੀ ਰੋਡ ਸ਼ੋਅ ਕੱਢਣੇ ਹੈ। ਇਹਦੇ ਵਿੱਚ ਦੋਸਤਾਂ ਦੀ ਬਹੁਤ ਵੱਡੀ ਪਲੈਨਿੰਗ ਸੀ ਕਿ ਜਿਸ ਟਾਈਮ ਵੀ ਕੋਈ ਜ਼ਿੰਮੇਵਾਰੀ ਪਾਰਟੀ ਤੋਂ ਮਿਲ ਜਾਣੀ ਕਿ ਅੱਜ ਫਲਾਣਾ ਕੰਮ ਕਰਨਾ ਹੈ, ਮੈਂ ਸਾਰੇ ਦੋਸਤਾਂ ਨੂੰ ਡਿਵਾਈਡ ਕਰ ਦੇਣਾ। ਹਰ ਬੰਦੇ ਨੇ ਕਹਿਣਾ ਮੈਂ 100, ਮੈਂ 200, ਮੈਂ 500 ਕਾਰਜਕਰਤਾ ਲੈ ਕੇ ਆਵਾਂਗਾ, ਔਰ ਹਜੂਮ ਬਣ ਕੇ ਫਿਰ ਜਾਈਦਾ ਸੀ। ਉੱਥੋਂ ਪਛਾਣ ਬਣਦੀ ਪਛਾਣ ਬਣ ਗਈ, ਜਲੰਧਰ ਦੇ ਪੂਰੇ ਪੰਜਾਬ 'ਚ ਚਲਾ ਗਿਆ ਨਾਮ। ਇਸ ਤਰੀਕੇ ਨਾਲ ਰਾਜਨੀਤੀ ਕੀਤੀ ਹੈ। ਕੀ ਕਹਿੰਦੇ ਨੇ, ਨਾਮ ਲੈ ਕੇ ਕਹਿੰਦੇ ਨੇ, ਐਮਐਲਏ ਸਾਹਿਬ ਕਹਿੰਦੇ ਹੁਣ? ਨਹੀਂ, ਪਰ ਮੇਰੇ ਤੋਂ ਵੱਡੇ ਆ ਸਾਰੇ, ਮੇਰੇ ਤੋਂ ਉਮਰ ਤੋਂ ਵੱਡੇ ਆ, ਪਰ ਮੈਨੂੰ ਰਿਸਪੈਕਟ ਬਹੁਤ ਦਿੰਦੇ ਆ, ਭਰਾ ਸਮਝ ਕੇ ਦਿੰਦੇ ਆ। ਪਰ ਮੈਂ ਹਮੇਸ਼ਾ ਹੀ ਕਿਹਾ ਕਿ ਮੈਂ ਐਮਐਲਏ ਬਣ ਕੇ ਸੇਵਾ ਨਹੀਂ ਕਰਨੀ, ਮੈਂ ਜਨਤਾ ਦਾ ਸੇਵਾਦਾਰ ਬਣ ਕੇ ਸੇਵਾ ਕਰਨੀ ਹੈ। ਪਰ ਇਹ ਮੇਰੇ ਮਨ ਦੇ ਵਿੱਚ ਸੀ ਕਿ ਮੈਨੂੰ ਪ੍ਰਮਾਤਮਾ ਕਦੀ ਨਾ ਕਦੀ ਕੁਰਸੀ 'ਤੇ ਬਿਠਾਵੇ ਕਿ ਮੈਂ ਆਪਣੇ ਇਲਾਕੇ ਦੀ, ਆਪਣੇ ਸਮਾਜ ਦੇ ਲਈ ਕੁਛ ਨਾ ਕੁਛ ਕਰਾਂ। ਪਰ ਇਸ ਕਰਕੇ ਮੈਂ ਐਮਐਲਏ ਬਣਿਆ। ਪਰ ਮੈਂ ਇੱਕ ਦਿਨ ਆਪਣੇ ਮਨ ਦੇ ਨਾਲ ਇਹ ਵੀ ਕੰਪਰੋਮਾਈਜ਼ ਕੀਤਾ ਸੀ ਕਿ ਜੇ ਮੇਰੇ ਹੱਥ ਦੇ ਵਿੱਚ ਕੰਮ ਨਹੀਂ ਹੋਇਆ, ਕਿ ਮੇਰੇ ਕੋਲ ਐਮਐਲਏਸ਼ਿਪ ਦੇ ਉੱਤੇ ਨਹੀਂ ਕੰਮ ਸਹੀ ਹੋਇਆ, ਤਾਂ ਮੈਂ ਇਸ ਕੁਰਸੀ 'ਤੇ ਵੀ ਨਹੀਂ ਰਹਿਣਾ। ਮੈਂ ਇਹ ਵੀ ਕਹਿ ਚੁੱਕਾ ਆਪਣੇ ਮਨ ਦੇ ਵਿੱਚ, ਕਿਉਂਕਿ ਮੈਂ ਕੋਈ ਪੈਸੇ ਕਮਾਉਣ ਨਹੀਂ ਆਇਆ। ਮੈਨੂੰ ਪ੍ਰਮਾਤਮਾ ਨੇ ਤੁਹਾਨੂੰ ਕਿਹਾ ਜੋ ਚਾਹੀਦਾ ਮੈਨੂੰ ਸਭ ਕੁਝ ਦੇ ਦਿੱਤਾ, ਜੋ ਜ਼ਿੰਦਗੀ ਦੀ ਲਾਈਫ ਲਈ ਬੰਦੇ ਨੂੰ ਚਾਹੀਦਾ ਹੁੰਦਾ। ਬਾਕੀ ਪ੍ਰਮਾਤਮਾ ਕਦੀ ਰੱਬ ਦੇ ਘਰ ਦੇ ਵਿੱਚ ਬੰਦਾ ਮੰਗੀ ਜਾਂਦਾ, ਕਦੀ ਵੀ ਬੰਦੇ ਦਾ ਮਨ ਨਹੀਂ ਭਰਦਾ ਕਿ ਜੋ ਮਿਲਿਆ ਥੋੜ੍ਹਾ ਹੀ ਹੈ। ਪਰ ਮੈਨੂੰ ਪ੍ਰਮਾਤਮਾ ਨੇ ਬਹੁਤ ਕੁਝ ਦੇ ਦਿੱਤਾ, ਜੋ ਪ੍ਰਮਾਤਮਾ ਕੋ ਮੰਗਿਆ। ਅੱਛਾ ਘਰ ਦਿੱਤਾ, ਗੱਡੀਆਂ ਵਾਲਾ ਬਣਾ ਦਿੱਤਾ, ਅੱਜ ਸਮਾਜ ਦੇ ਵਿੱਚ ਨਾਮ ਬਣਾ ਦਿੱਤਾ। ਜੋ ਕਾਰੋਬਾਰ ਬਹੁਤ ਵਧੀਆ ਹੈ, ਪਰ ਕਿਸੇ ਕੋਲੋਂ ਕਿਸੇ ਚੀਜ਼ ਦੀ ਉਮੀਦ ਨਹੀਂ ਲੋੜ। ਪਰ ਬਾਕੀ ਪ੍ਰਮਾਤਮਾ ਨੇ ਜ਼ਿੰਦਗੀ ਦੇ ਵਿੱਚ ਪ੍ਰਮਾਤਮਾ ਦਾ ਸ਼ੁਕਰ ਇਹੀ ਕਰ ਸਕਦੇ ਹਾਂ ਕਿ ਤੂੰ ਬਹੁਤ ਵੱਡੀ ਕੁਰਸੀ 'ਤੇ ਬਿਠਾ ਦਿੱਤਾ, ਕਿ ਮੇਰੀ ਉਮੀਦਾਂ ਤੋਂ ਵੱਧ ਹੈ। ਅੱਛਾ, ਇਸ ਤੋਂ ਇਲਾਵਾ ਜੇਕਰ ਗੱਲ ਕਰੀਏ, ਸ਼ੌਕ ਕਿਸ ਚੀਜ਼ ਦਾ ਹੈ? ਇੱਕ ਹੌਬੀ ਹੁੰਦੀ ਹੈ ਨਾ ਜ਼ਿੰਦਗੀ ਦੇ ਵਿੱਚ। ਮੈਨੂੰ ਜੀ ਅੱਜ ਤੱਕ ਕਦੀ ਮੈਂ ਫੈਮਿਲੀ ਤੋਂ ਇਲਾਵਾ ਕਦੀ ਵੀ ਨਹੀਂ ਕਿਤੇ ਗਿਆ। ਮੈਨੂੰ ਫੈਮਿਲੀ ਦੇ ਨਾਲ ਬਹੁਤ ਹੈ ਕਿ ਮੈਂ ਆਪਣੀ ਫੈਮਿਲੀ ਦੇ ਵਿੱਚ ਜਿੰਨਾ ਟਾਈਮ ਦੇ ਸਕਾਂ, ਪਰ ਬਹੁਤ ਘੱਟ ਟਾਈਮ ਦੇ ਪਾ। ਟਰੈਵਲਿੰਗ ਦਾ ਸ਼ੌਕ ਹੈ? ਟਰੈਵਲਿੰਗ ਦਾ ਵੀ ਹੈਗਾ, ਪਰ ਮੈਂ ਚਾਹੁੰਦਾ ਫੈਮਿਲੀ ਦੇ ਨਾਲ ਹੈ। ਕੋਈ ਮੇਰਾ ਇਹ ਨਹੀਂ ਹੈਗਾ ਕਿ ਮੈਂ ਇਕੱਲੇ ਚਲੀ ਜਾਵਾਂ ਕਿਤੇ ਟੂਰ ਲਾਉਣ ਚੱਲਾਂ, ਕਦੀ ਮਨ 'ਚ ਸੋਚਿਆ ਨਹੀਂ। ਪਰ ਜੋ ਮੈਂ ਚਾਹੁੰਦਾ ਕਿ ਮੈਂ ਆਪਣੀ ਫੈਮਿਲੀ ਦੇ ਵਿੱਚ ਜ਼ਿਆਦਾ ਟਾਈਮ ਦੇਵਾਂ, ਪਰ ਦਿੱਤਾ ਨਹੀਂ ਜਾਂਦਾ। ਮਤਲਬ ਜਿਹੜਾ ਕੁਝ ਵੀ ਕਰਨਾ ਪਰਿਵਾਰ ਨਾਲ ਕਰਨਾ। ਪਰਿਵਾਰ ਦੇ ਨਾਲ। ਫ੍ਰੀ ਟਾਈਮ 'ਚ ਕੀ ਕਰਦੇ ਸੀ? ਮਤਲਬ ਹੁਣ ਤਾਂ ਖੈਰ ਟਾਈਮ ਨਹੀਂ। ਫ੍ਰੀ ਟਾਈਮ ਦੇ ਵਿੱਚ ਬਸ ਸਵੇਰੇ, ਮੈਂ ਨਹੀਂ ਕਿ ਐਮਐਲਏ ਬਣ ਗਿਆ ਅੱਜ ਮੇਰੇ ਘਰ 'ਚ ਲੋਕ ਆ ਰਹੇ ਆ। ਮੇਰੇ ਘਰ ਦੇ ਵਿੱਚ ਪਿਛਲੇ 15 ਸਾਲ ਤੋਂ ਕੋਈ ਆ ਜਾਏ ਖਾਲੀ ਜਾਂਦਾ ਹੀ ਨਹੀਂ। ਸਵੇਰੇ ਉੱਠ ਕੇ ਬੈਠ ਜਾਂਦਾ 9 ਵਜੇ, ਮੈਂ ਬੈਠ ਜਾਂਦਾ, ਵੱਡੇ ਭਾਜੀ ਬੈਠ ਜਾਂਦੇ ਮੇਰੇ ਤੋਂ ਪਹਿਲੇ, ਅਸੀਂ ਉੱਠ ਜੀਦਾ। ਇੱਦਾਂ ਹੀ ਗਾਰਡਨ ਦੇ ਵਿੱਚ ਕੁਰਸੀਆਂ ਲੱਗੀਆਂ, ਮੇਰੇ ਡਾਈ ਨੂੰ ਕੋਈ ਨਾ ਕੋਈ ਆਇਆ ਰਹਿੰਦਾ, ਕਿਸੇ ਦੀ ਕੋਈ ਦੁੱਖ ਤਕਲੀਫ ਉੱਥੇ ਹੈਗੀ। ਲੋਕਾਂ ਨੂੰ ਆਸ ਆ ਸਾਡੇ ਤੋਂ ਕਿ ਯਾਰ ਸਾਡੇ ਕੋਲ ਇਹਨਾਂ ਕੋਲ ਜਾਵਾਂਗੇ ਤਾਂ ਸਾਡਾ ਕੰਮ ਹੋ ਜਾਏਗਾ। ਉਸੇ ਆਸ ਦੇ ਸਵੇਰੇ ਉੱਠ ਕੇ ਬੈਠ ਜੀਦਾ। 2-4-5 ਘੰਟੇ ਲੋਕਾਂ ਦੀ ਜਿਹੜੇ ਦੁੱਖ, ਕਿਸੇ ਤਕਲੀਫ ਹੈ ਜਾਂ ਕਿਸੇ ਦਾ ਕੋਈ ਕੰਮ ਕਰ ਸਕਦੇ ਆ, ਉਹਨੂੰ ਕਰਨ ਦੀ ਕੋਸ਼ਿਸ਼ ਕਰੀਦੀ ਹੈ। ਉਸ ਰੂਟੀਨ 'ਚ ਫਿਰ ਅੱਜ ਵੀ ਐਮਐਲਏ ਬਣ ਕੇ ਕੰਮ ਕਰ ਰਿਹਾ। ਸੋਸ਼ਲ ਮੀਡੀਆ ਵਿੱਚ ਕਿੰਨੇ ਐਕਟਿਵ ਹੋ? ਪੂਰਾ ਫੇਸਬੁੱਕ ਦੇਖਣ ਦਾ ਬਹੁਤ ਸ਼ੌਂਕ ਹੈ, ਚਲਾਉਣ ਦਾ ਬਹੁਤ ਸ਼ੌਂਕ ਹੈ ਫੇਸਬੁੱਕ। ਜਿਸ ਤਰ੍ਹਾਂ ਨਵੀਂ ਸੀ, ਮੈਂ ਕਿਹਾ ਪਤਾ ਨਹੀਂ ਕਿਹੜੀ ਚੀਜ਼ ਹੈ। ਹੁਣ ਤਾਂ ਇੰਨਾ ਕੁ ਚਾਹੇ ਰਾਤੀ 2 ਵਜੇ ਤੱਕ ਵੀ ਜੇ ਨਹੀਂ ਸੁੱਤਾ ਤਾਂ ਫੇਸਬੁੱਕ ਨੂੰ ਪੂਰਾ ਆਪਣੇ ਚਲਾਉਣਾ ਹੈ ਕਿ ਕੋਈ ਚੀਜ਼ ਰਹਿ ਨਾ ਜਾਵੇ। ਰਿਪਲਾਈ ਕਰਦੇ ਹੋ ਆਪਣੇ? ਪੂਰਾ ਸਾਰਾ ਮੈਂ ਖੁਦ ਚਲਾਉਣਾ ਜੀ, ਮੈਂ ਖੁਦ ਚਲਾਉਣਾ। ਟਵਿੱਟਰ ਵੀ ਮੈਂ ਚਲਾਉਣਾ ਹੈ, ਫੇਸਬੁੱਕ ਵੀ ਮੈਂ ਚਲਾਉਣਾ ਹੈ, ਇੰਸਟਾਗ੍ਰਾਮ ਵੀ ਮੈਂ ਚਲਾਉਣਾ ਹੈ। ਤਿੰਨੋਂ ਚੀਜ਼ਾਂ ਮੈਂ ਆਪ ਚਲਾਉਣਾ, ਕੋਈ ਆਪਰੇਟ ਨਹੀਂ ਕਰਦਾ। ਕੁਕਿੰਗ ਦਾ ਸ਼ੌਂਕ ਹੈਗਾ? ਹਾਂ, ਕੁਕਿੰਗ ਸਾਰੀ ਮੈਂ ਕਰ ਲੈਂਦਾ ਜੀ ਪੂਰੀ। ਘਰ ਦੇ ਵਿੱਚ ਸਾਰਾ ਖਾਣਾ, ਜਦੋਂ ਇਲੈਕਸ਼ਨ ਵੇਲੇ ਕੋਈ ਫ੍ਰੀ ਨਾ ਹੋਵੇ ਤਾਂ ਸਾਰਾ, ਖਾਸ ਕਰਕੇ ਜੇ ਕੋਈ ਘਰ 'ਚ ਕੋਈ ਨੌਨ ਵੈਜ ਖਾਣ ਵਾਲਾ ਆ ਜਾਏ, ਉਹ ਮੇਰੇ ਕੋਲ ਬਣਵਾਉਂਦੇ ਘਰ ਦੇ ਕਿ ਤੂੰ ਲੱਗ ਜਾ ਬਣਾ ਚੱਲ। ਅਤੇ ਘਰਦਿਆਂ ਨੂੰ ਜਾਂ ਕੋਈ ਦੋਸਤ ਮਿੱਤਰ ਹੈ, ਰਿਲੇਟਿਵ ਹੈ, ਉਹਨਾਂ ਨੂੰ ਪਸੰਦ ਵੀ ਹੈ ਮੇਰੇ ਹੱਥ ਦਾ। ਅਤੇ ਟੋਟਲੀ ਇਹ ਹੈ ਕਿ ਇਕੱਲਾ ਇਹ ਨਹੀਂ ਹੈ ਕਿ ਪਿਆਜ਼ ਕੋਈ ਕੱਢ ਦੇਵੇ, ਸਾਰਾ ਕੁਝ ਟੋਟਲੀ ਆਪ ਕਰਦਾ ਜੀ। ਅੱਛਾ, ਐਮਐਲਏ ਬਣਨ ਤੋਂ ਬਾਅਦ ਕੁਝ ਬਦਲਾਵ ਆਪਣੇ ਵਿੱਚ ਦੇਖਿਆ? ਕਦੀ ਕਰਨਾ ਹੀ ਨਹੀਂ, ਕੀਤਾ ਵੀ ਨਹੀਂ, ਕਰਨਾ ਵੀ ਨਹੀਂ। ਕਿਉਂਕਿ ਪਰਮਾਤਮਾ ਦਾ ਸ਼ੁਕਰ ਨਾ ਕਰੀਏ ਕਿ ਰੋਜ਼ ਸਵੇਰੇ ਜਿੰਨਾ ਕਰ ਲਈਏ ਥੋੜ੍ਹਾ, ਕਿ ਪਰਮਾਤਮਾ ਨੇ ਬਹੁਤ ਵੱਡੀ ਕੁਰਸੀ 'ਤੇ ਬਿਠਾ ਦਿੱਤਾ। ਇਸ ਕਰਕੇ ਸਵੇਰੇ ਸ਼ਾਮੀ ਮੇਰੇ ਮਨ 'ਚ ਇਹੀ ਹੈ। ਮੈਨੂੰ ਕਿਸੇ ਦੀ ਗਰੰਟੀ ਨਹੀਂ ਮੈਂ ਲੈ ਸਕਦਾ, ਮੈਂ ਆਪਣੀ ਗਰੰਟੀ ਜ਼ਰੂਰ ਦਿੰਦਾ ਆਪਣੇ ਜਲੰਧਰ ਵੈਸਟ ਦੇ ਇੱਕ ਕਾਰਜਕਰਤਾ ਨੂੰ, ਜਿਨ੍ਹਾਂ ਨੇ ਮੇਰੇ ਉੱਤੇ ਬਹੁਤ ਵੱਡਾ ਤਾਜ ਰੱਖਿਆ। ਅਤੇ ਮੈਂ ਉਹਨਾਂ ਦੇ ਜਿਹੜੇ ਤਾਜ ਦੀ ਜ਼ਿੰਦਗੀ ਦੇ ਵਿੱਚ ਜ਼ਰੂਰ ਰਖਵਾਲੀ ਕਰਾਂਗਾ। ਪਰ ਜਿਹੜੀਆਂ ਮੇਰੇ ਤੋਂ ਉਮੀਦਾਂ ਜਲੰਧਰ ਵੈਸਟ ਦੇ ਲੋਕ ਕਰਦੇ ਆ, ਮੈਂ ਉਹਦੇ 'ਤੇ ਖਰਾ ਉਤਰਨ ਦੀ ਪੂਰੀ ਕੋਸ਼ਿਸ਼ ਕਰਾਂਗਾ। ਉਹਨਾਂ ਦੇ ਜਿਹੜੇ ਦੁੱਖ ਤਕਲੀਫ ਹੈ, ਉਹਨਾਂ ਦੇ ਨਾਲ ਖੜੇ ਹੋਵਾਂਗਾ। ਅੱਛਾ ਸ਼ੀਤਲ ਜੀ, ਅਕਸਰ ਜਿਹੜੇ ਨੌਜਵਾਨ ਹੁੰਦੇ ਹੈ ਨਾ, ਤੁਸੀਂ ਇਹ ਵੀ ਨੌਜਵਾਨ ਹੀ ਹੋ, ਹਲੇ ਏਜ ਕੋਈ ਜ਼ਿਆਦਾ ਹੋਈ ਨਹੀਂ ਹੈ, ਅਤੇ ਸ਼ੌਕ ਬਹੁਤ ਡਿਫਰੈਂਟ ਹੁੰਦੇ, ਅਤੇ ਤੁਹਾਨੂੰ ਨਹੀਂ ਲੱਗਿਆ ਕਿ ਤੁਸੀਂ ਆਪਣੇ ਸ਼ੌਕਾਂ ਨੂੰ ਕੰਪਰੋਮਾਈਜ਼ ਕੀਤਾ ਹੈ ਰਾਜਨੀਤੀ ਦੇ ਵਿੱਚ ਆਉਂਦੇ ਨਹੀਂ ਕੀਤਾ, ਪਰਿਵਾਰ ਕਰਕੇ ਕੀਤਾ। ਜਿਸ ਟਾਈਮ ਨਹੀਂ ਮੈਰਿਜ ਹੋਈ ਸੀ, ਫਿਰ ਉਸ ਟਾਈਮ ਦੋਸਤੋ ਮਿੱਤਰ ਨਾਲ ਕਿਤੇ ਚਲੇ ਜਾਓ, ਭਾਵੇਂ ਰਾਤੀ 11 ਵਜੇ ਆਓ, ਮੈਂ ਬਹੁਤ ਲੇਟ ਆਵਾਂ ਘਰ ਦੇ ਵਿੱਚ, 9:30 ਘਰ ਆ ਜਾਂਦਾ ਸੀ। ਮੈਂ ਅੱਜ ਵੀ ਹੁਣ ਤਾਂ ਐਮਐਲਏ ਕਰਕੇ ਮੈਂ 9:30 ਤੱਕ ਆਪਣੇ ਘਰ ਦੇ ਬੈਡਰੂਮ 'ਚ ਹੁੰਦਾ ਸ਼ਾਮ। ਮੇਰੇ ਜਿੰਨੇ ਮੇਰੇ ਦੋਸਤ ਹੈ, ਜੇ 9:30 ਤੋਂ ਬਾਅਦ ਹੈ ਤਾਂ ਫੈਮਿਲੀ ਦੇ ਨਾਲ ਹੈ, ਜਾਂ ਪਿਕਚਰ ਦੇਖਣ ਜਾਵਾਂ ਜਾਂ ਘਰ ਦੇ ਨਾਲ ਕਿਤੇ ਖਾਣਾ ਖਾਣ ਜਾਵਾਂ। ਪਰ ਜੇ 9:30 10 ਵਜੇ ਤੋਂ ਬਾਹਰ ਹੈ ਤਾਂ ਮੇਰੀ ਫੈਮਿਲੀ ਨਾਲ ਹੈ।
ਦੋਸਤ ਮਿੱਤਰ 10 ਵਜੇ ਤੋਂ ਬਾਅਦ ਨਹੀਂ ਹੈਗੇ ਮੇਰੇ। ਅੱਛਾ, ਸ਼ਡਿਊਲ ਤੁਸੀਂ ਸੈੱਟ ਕੀਤਾ ਹੋਇਆ। ਹਾਂ, ਨਾ ਹੀ ਮੈਂ ਡਰਿੰਕ ਪੀਣਾ, ਨਾ ਕਿਸੇ ਚੀਜ਼ ਦਾ ਮੈਂ ਅਲਕੋਹਲ ਨੂੰ ਹੱਥ ਟੱਚ ਕਰਦਾ। ਹਜੇ ਤੱਕ ਆਪਣੀ ਇਸ ਉਮਰ ਦੇ ਵਿੱਚ ਨਹੀਂ ਕੀਤਾ, ਅੱਗੇ ਨਹੀਂ ਪਤਾ। ਅੱਛਾ, ਮਨਾ ਤਾਂ ਨਹੀਂ ਕਰਦੇ ਕਿ ਇਸ ਤੋਂ ਬਾਅਦ ਐਂਟਰੀ ਨਹੀਂ ਹੈ? ਨਹੀਂ ਇਦਾਂ ਦੀ ਕੋਈ ਗੱਲ ਨਹੀਂ। 9:30 ਵਜੇ ਤੋਂ ਤੁਸੀਂ ਕਹਿ ਰਹੇ ਹੋ ਕਿ 9 ਮੇਰੇ ਘਰ 'ਚ ਕੋਈ ਆਵੇ, ਸਾਰਾ ਮੇਰੇ ਘਰ ਦੇ ਵਿੱਚ ਕੋਈ ਆਂਦਾ, ਕੋਈ ਗੈਸਟ ਆਉਂਦੇ ਉਹ ਲੈਂਦੇ ਆ ਡਰਿੰਕ ਵਗੈਰਾ, ਪਰ ਮੈਂ ਕਦੀ ਕਿਸੇ ਚੀਜ਼ ਨੂੰ ਟੱਚ ਨਹੀਂ ਕੀਤਾ। ਨਾ ਹੀ ਮੇਰੀ ਫੈਮਿਲੀ ਨੇ ਮੈਨੂੰ ਮਨਾ ਕੀਤਾ। ਮੇਰੇ ਘਰ 'ਚ ਮੇਰੇ ਇਕੱਲੇ ਫਾਦਰ ਹੀ ਲੈਂਦੇ ਆ, ਬਾਕੀ ਮੇਰੇ ਪਰਿਵਾਰ 'ਚ ਕੋਈ ਮੈਂਬਰ ਨਹੀਂ ਲੈਂਦਾ। ਪਰ ਮੈਨੂੰ ਕੋਈ ਮਨਾ ਥੋੜ੍ਹੀ ਹੈ, ਪਰ ਘਰ ਦੇ ਵਿੱਚ ਪਈ ਲੱਗਿਆ ਕੋਈ ਆ ਜਾਂਦਾ ਗੈਸਟ, ਤੁਹਾਨੂੰ ਪਤਾ ਫਿਰ ਤਾਂ ਉਹਨਾਂ ਨਾਲ ਬੈਠਣਾ ਪੈਂਦਾ। ਪਰ ਇਹ ਨਹੀਂ ਜ਼ਰੂਰੀ ਕੰਪਨੀ ਕਰਨੀ ਹੈ ਨਾਲ ਬੈਠ ਕੇ, ਪਰ ਇੱਦਾਂ ਦੀ ਗੱਲ ਕਦੀ ਵੀ ਘਰਦਿਆਂ ਨੇ ਨਹੀਂ ਕਹੀ। ਅੱਛਾ, ਤੁਸੀਂ ਜਦ ਇੱਕ ਲੀਡਰ ਬਣ ਜਾਂਦੇ ਹੋ ਜਾਂ ਐਮਐਲਏ ਬਣ ਜਾਂਦੇ ਹੋ, ਤੁਸੀਂ ਪਬਲਿਕ ਪ੍ਰੋਪਰਟੀ ਹੋ ਜਾਂਦੇ ਹੋ, ਕਈ ਵਾਰੀ ਗੁੱਸਾ ਆਉਂਦਾ ਹੈ? ਇਹ ਆਉਂਦਾ ਐਕਚੁਅਲੀ, ਕਈ ਗੁੱਸਾ ਆ ਜਾਂਦਾ ਕਿ ਕਈ ਲੋਕ ਮੇਰੇ ਤੋਂ ਉਮੀਦ ਕਰਦੇ ਆ ਕਿ ਸਾਡਾ ਐਮਐਲਏ ਬਣ ਗਿਆ, ਕਿ ਯਾਰ ਕੰਮ ਨਹੀਂ ਹੋ ਰਿਹਾ। ਪਰ ਮੈਂ ਕਹਿੰਦਾ ਕਿ ਅਗਲੇ ਨੂੰ ਮੈਂ ਕੰਮ ਕਿਹਾ, ਉਹਨੇ ਕੀਤਾ ਨਹੀਂ, ਗੁੱਸਾ ਤੇ ਆ ਜਾਂਦਾ। ਪਰ ਮੈਂ ਇਹੀ ਕਹਾਂਗਾ, ਮੈਂ ਜਿਸ ਦਿਨ ਦਾ ਰਾਜਨੀਤੀ ਦੇ ਵਿੱਚ ਆਇਆ, ਮੈਂ ਆਪਣੇ ਆਪ ਨੂੰ ਬਹੁਤ ਚੇਂਜ ਕੀਤਾ। ਪਿਛਲੇ 7-8 ਸਾਲਾਂ ਦਾ ਆਪਣੇ ਆਪ ਨੂੰ ਬਹੁਤ ਘਟਾਉਣ ਦੀ ਕੋਸ਼ਿਸ਼ ਕੀਤੀ ਹੈ, ਕਿਉਂਕਿ ਅਸੀਂ ਬੈਕ ਤੋਂ ਸਿਆਲਕੋਟੀ ਹਾਂ। ਸਿਆਲਕੋਟੀ ਦੀ ਜਿਹੜੀ ਆਵਾਜ਼ ਹੈ ਨਾ, ਉਹ ਬਹੁਤ ਉੱਚੀ ਹੈ। ਕਈ ਲੋਕ ਸਮਝਦੇ ਯਾਰ ਇਹ ਇਹਨਾਂ ਦੀ ਲੜਾਈ ਵਾਲੀ ਆਵਾਜ਼ ਹੈ। ਅਸੀਂ ਕਿਉਂਕਿ ਬੈਕ ਤੋਂ ਗੁਰਦਾਸਪੁਰੀ ਤੂੰ ਹੈ, ਗੁਰਦਾਸਪੁਰ ਦੇ ਲੋਕ ਵੀ ਤੁਸੀਂ ਕਿਸੇ ਨਾਲ ਗੱਲ ਕਰੋਗੇ ਨਾ, ਮਾੜਾ ਥੱਲੇ ਨਾ ਬੋਲਣਗੇ। ਉਹ ਕਈ ਲੋਕ ਸਮਝਦੇ ਕਿ ਯਾਰ ਇਹ ਉੱਚੀ ਬੋਲਦੇ ਪਏ ਆ, ਪਤਾ ਨਹੀਂ ਕਿਉਂ, ਕਿ ਇਹਨੂੰ ਇਹ ਲੱਗਦਾ ਕਿ ਯਾਰ ਗੁੱਸੇ ਨਾਲ ਬੋਲਦੇ ਪਏ ਆ, ਇਹ ਲੜਨ ਲਈ ਬੋਲਦੇ। ਪਰ ਇਹ ਇੱਕ ਸੁਭਾਅ ਹੈ ਪੂਰੇ, ਇੱਦਾਂ ਹੀ ਮਤਲਬ ਕਿ। ਪਰ ਜਦੋਂ ਰਾਜਨੀਤੀ ਦੇ ਵਿੱਚ ਬੰਦਾ ਜਿਸ ਟਾਈਮ ਕੁਰਸੀ 'ਤੇ ਬੈਠ ਜਾਂਦਾ, ਉਹਨੂੰ ਬਹੁਤ ਕੁਛ ਦੇਖਣਾ ਪੈਂਦਾ, ਸੋਚਣਾ ਪੈਂਦਾ, ਕਿਉਂਕਿ ਕਈ ਲੋਕ ਤੁਹਾਨੂੰ ਆ ਕੇ ਗਰਮੀ ਵੀ ਦਿੰਦੇ ਆ, ਕਈ ਲੋਕ ਤੁਹਾਨੂੰ ਆ ਕੇ ਪਿੰਚ ਕਰਦੇ ਆ, ਪਰ ਉਹਦੇ ਲਈ ਤੁਹਾਨੂੰ ਬਰਦਾਸ਼ਤ ਕਰਨਾ ਪਏਗਾ ਜੇ ਰਾਜਨੀਤੀ ਦੇ ਵਿੱਚ ਕੁਰਸੀ 'ਤੇ ਬੈਠਣਾ, ਕਿਉਂਕਿ ਤੁਹਾਨੂੰ ਹਰ ਇੱਕ ਤਰੀਕੇ ਦਾ ਹਰ ਇੱਕ ਇਨਸਾਨ ਮਿਲਣਾ, ਕੋਈ ਚੰਗਾ, ਕੋਈ ਮਾੜਾ, ਕੋਈ ਗਰਮ, ਕੋਈ ਠੰਡਾ, ਪਰ ਸਾਨੂੰ ਸਾਰਿਆਂ ਨੂੰ ਨਿਊਟਰਲ ਬਣ ਕੇ ਮਿਲਣਾ ਪਏਗਾ। ਉਹਦੇ ਲਈ ਮੈਂ ਆਪਣੀ ਸਹਿਣਸ਼ੀਲਤਾ ਸ਼ਕਤੀ ਬਹੁਤ ਕੰਟਰੋਲ ਕੀਤੀ ਹੋਈ। ਅੱਛਾ, ਤੁਸੀਂ ਜ਼ਿੰਦਗੀ ਦੇ ਵਿੱਚ ਬਹੁਤ ਸੰਘਰਸ਼ ਕੀਤਾ, ਤੁਹਾਨੂੰ ਲੱਗਿਆ ਅਜੇ ਤੱਕ ਕੋਈ ਅਜਿਹਾ ਸਮਾਂ ਯਾਦ ਹੋਵੇ ਜਦ ਤੁਸੀਂ ਸੋਚਿਆ ਹੋਵੇ ਕਿ ਹਾਂ ਹੁਣ ਇਸ ਤੋਂ ਬਾਅਦ ਜ਼ਿੰਦਗੀ ਨਹੀਂ ਹੈ? ਸਮਾਂ ਤੇ ਬਹੁਤ ਗੱਲ ਕਹਿਣ ਵਾਲੀ ਹੈ, ਚੈਨਲ ਦਾ ਹੀ ਕਹਿ ਰਹੇ ਆ ਕਿ ਜ਼ਿੰਦਗੀ ਦੇ ਵਿੱਚ ਜਿਸ ਟਾਈਮ ਇਹ ਇੱਕ ਇਨਸਾਨ ਮੇਰੇ ਨਾਲ ਮਾੜੀ ਕਰ ਰਿਹਾ ਸੀ, ਦਿਲ ਕਰਦਾ ਸੀ ਦੁਨੀਆ 'ਤੇ ਨਹੀਂ ਰਹਿਣਾ ਚਾਹੀਦਾ। ਆਪਣੇ ਆਪ 'ਚ ਕਿਸੇ ਟਾਈਮ ਵੀ ਜਿਸ ਟਾਈਮ ਇੰਨਾ ਕਿ ਮਾੜੇ ਨੇ ਹਾਲਾਤ ਮੇਰੇ ਕਰ ਦਿੱਤੇ, ਇੱਕ ਟਾਈਮ ਸੋਚਿਆ ਪਰਿਵਾਰ ਦੇ ਵਿੱਚ ਬੈਠ ਕੇ ਕਿ ਆਪਣੀ ਜ਼ਿੰਦਗੀ ਦੇ ਵਿੱਚ ਇਸ ਦੁਨੀਆ 'ਤੇ ਜੀਣਾ ਹੀ ਨਹੀਂ ਹੈ, ਜਾਂ ਕਿਸੇ ਨੂੰ ਮਾਰ ਦਿਓ ਜਾਂ ਮਰ ਜਾਓ, ਕਿਉਂਕਿ ਉਹਨੇ ਇੰਨਾ ਮੈਂਟਲੀ ਉਹਨੇ ਰਸ ਕਰ ਦਿੱਤਾ ਸੀ ਉਸ ਇਨਸਾਨ ਨੇ। ਮੇਰੇ ਪਰਿਵਾਰ ਦੇ, ਮੇਰੀ ਬੇਟੀ 13 ਸਾਲ ਦੀ ਹੈ, ਅਤੇ ਮੈਂ ਹੁਣ ਕਿਸੇ ਨਾਲ ਲੜਾਈ ਝਗੜਾ ਕਰਦਾ ਚੰਗਾ ਲੱਗਦਾ? ਕੋਈ ਮੇਰੇ ਪਰਿਵਾਰ ਦੇ ਉੱਤੇ ਪਰਚੇ 'ਤੇ ਪਰਚਾ ਕਰਾ ਰਿਹਾ ਮੇਰੀ ਛਵੀ ਖਰਾਬ ਕਰਨ ਦੇ ਲਈ। ਮੈਂ ਜਲੰਧਰ 'ਚ ਹੀ ਨਹੀਂ ਹੈਗਾ, ਮੇਰੇ ਤਾਂ ਵੀ ਮੇਰੇ 'ਤੇ ਪਰਚਾ ਦਰਜ ਹੋ ਰਿਹਾ। ਮੇਰੀ ਬੇਟੀ 13 ਸਾਲ ਦੀ, ਮੈਂ ਕਿੱਥੇ ਜਾ ਕੇ ਲੋਕਾਂ ਅੱਗੇ ਕਹਾਂਗਾ, ਕਿਹਨੂੰ ਜਾ ਕੇ ਸੱਚ ਦੱਸਾਂਗਾ ਕਿ ਮੈਂ ਯਾਰ ਇਹ ਕਰਮ ਨਹੀਂ ਕੀਤੇ, ਇਹ ਕੰਮ ਮੈਂ ਨਹੀਂ ਕੀਤੇ? ਪਰ ਉਸ ਇਨਸਾਨ ਨੇ, ਮੈਂ ਉਸ ਇਨਸਾਨ ਨੂੰ ਸ਼ਾਇਦ ਅਗਰ ਸੁਣਦਾ ਹੋਵੇ ਇਹੀ ਗੱਲ ਕਹਾਂਗਾ ਕਿ ਮੈਂ ਨਹੀਂ ਅੱਜ ਕੁਰਸੀ 'ਤੇ ਬੈਠਾ, ਕੀ ਪਤਾ ਮੈਨੂੰ ਪਰਮਾਤਮਾ ਨੇ ਕੁਰਸੀ ਕਿੰਨੀ ਦੇਰ ਲਈ ਦੇਣੀ ਹੈ। ਮੈਂ ਜਿੰਨੀ ਦੇਰ ਵੀ ਇਸ ਕੁਰਸੀ 'ਤੇ ਬੈਠਾਂਗਾ, ਲੋਕਾਂ ਲਈ ਚੰਗਾ ਜ਼ਰੂਰ ਬਣਾਂਗਾ, ਇੱਕ ਚੰਗਾ ਇਨਸਾਨ ਬਣ ਕੇ ਜ਼ਰੂਰ ਜਾਊਂਗਾ, ਕਿਸੇ ਲਈ ਮਾੜਾ ਕਰਕੇ ਨਹੀਂ ਜਾਊਂਗਾ। ਮੈਂ ਆਪਣੇ ਇਲਾਕੇ ਦੇ ਵਿੱਚ ਪਰਚੇ ਦੀ ਰਾਜਨੀਤੀ ਨੂੰ ਖਤਮ ਕਰ ਰਿਹਾ ਕਿ ਮੇਰੇ ਇਲਾਕੇ ਦੇ ਵਿੱਚ ਪਰਚੇ ਦੀ ਰਾਜਨੀਤੀ ਨਹੀਂ ਹੋਏਗੀ। ਪਰ ਜੇ ਕੱਲ੍ਹ ਨੂੰ ਕੋਈ ਹੋਰ ਵੀ ਕੁਰਸੀ 'ਤੇ ਆਉਂਦਾ, ਜਾਂ ਕੱਲ੍ਹ ਕੋਈ ਕੁਰਸੀ 'ਤੇ ਬਹਿ ਕੇ ਗਿਆ, ਉਹ ਇੱਕ ਚੰਗਾ ਇਨਸਾਨ ਜ਼ਰੂਰ ਬਣੇ, ਕਿ ਜੇ ਤੁਹਾਨੂੰ ਪਰਮਾਤਮਾ ਐਡੀ ਵੱਡੀ ਕੁਰਸੀ 'ਤੇ ਬਿਠਾਉਂਦਾ, ਔਰ 'ਤੇ ਹੰਕਾਰ ਖਤਮ ਕਰਕੇ ਪਬਲਿਕ ਦੇ ਲਈ ਚੰਗਾ ਇਨਸਾਨ ਜ਼ਰੂਰ ਬਣੋ। ਅਗਰ ਤੁਸੀਂ ਪੋਲੀਟੀਕਲ ਨਹੀਂ ਬਣ ਪਾ ਰਹੇ ਹੋ, ਚੰਗਾ ਇਨਸਾਨ ਬਣ ਕੇ ਦੱਸ ਦਿਓ ਤੁਸੀਂ ਪੋਲੀਟੀਕਲ ਕੰਮ ਨਹੀਂ ਲੋਕਾਂ ਦੇ ਕਰ ਪਾ ਰਹੇ। ਸ਼ਾਇਦ ਕੁਛ ਨਹੀਂ, ਹਰ ਕੰਮ ਮੇਰੇ ਹੱਥ ਦੇ ਵਿੱਚ ਨਹੀਂ ਹੋ ਸਕਦਾ, ਕਿ ਲੋਕਾਂ ਨੂੰ ਜੋ ਤੁਹਾਡੇ ਕੋਲ ਉਮੀਦ ਹੈ ਤੁਸੀਂ ਨਹੀਂ ਪੂਰੀ ਕਰ ਸਕਦੇ, ਪਰ ਉਹਨਾਂ ਦੇ ਲਈ ਚੰਗਾ ਇਨਸਾਨ ਜ਼ਰੂਰ ਬਣੋ। ਮੈਂ ਜੇ ਲੋਕਾਂ ਦੇ ਲਈ ਕੰਮ ਕਰਾਂਗਾ ਤਾਂ ਲੋਕ ਮੇਰਾ ਧੰਨਵਾਦ ਕਰਨਗੇ। ਜੇ ਮੈਂ ਕਿਸੇ ਕੰਮ ਦੇ ਵਿੱਚੋਂ ਰਹਿ ਵੀ ਗਿਆ, ਪਰ ਮੈਂ ਲੋਕਾਂ ਦੇ ਲਈ ਚੰਗਾ ਇਨਸਾਨ ਜ਼ਰੂਰ ਬਣਾਂਗਾ। ਇਹ ਮੇਰੀ ਤੁਹਾਡੇ ਨਾਲ ਇਸ ਚੈਨਲ ਦਾ ਇਹ ਵਾਅਦਾ ਹੈ ਕਿ ਮੈਂ ਆਪਣੇ ਇਲਾਕੇ ਦੇ, ਆਪਣੇ ਜਿਨ੍ਹਾਂ ਲੋਕਾਂ ਨੂੰ ਮੇਰੇ 'ਤੇ ਵਿਸ਼ਵਾਸ ਹੈ, ਉਹਨਾਂ ਦੇ ਲਈ ਮੈਂ ਚੰਗਾ ਬਣ ਕੇ ਦੱਸਾਂਗਾ ਕਿ ਜਿਹੜੀ ਉਹਨਾਂ ਨੂੰ ਮੇਰੇ ਤੋਂ ਉਮੀਦ ਹੈ, ਉਸ ਤੋਂ ਮੈਂ ਬਹੁਤ ਜਲਦੀ ਖਰਾ ਉਤਰਨ ਦੀ ਕੋਸ਼ਿਸ਼ ਕਰਾਂਗਾ। ਬਿਲਕੁਲ ਖਰੇ ਉਤਰਨਗੇ, ਇਹ ਕਹਿਣਾ ਸੀ ਵਿਧਾਇਕ ਜਿਹੜੇ ਨੇ ਸ਼ੀਤਲ ਜੀ ਸਾਡੇ ਨਾਲ ਗੱਲਬਾਤ ਕੀਤੀ, ਲੰਬੀ ਪਰਸਨਲ ਲਾਈਫ ਤਾਂ ਜਾਣੀ, ਲੇਕਿਨ ਪ੍ਰੋਫੈਸ਼ਨਲ ਲਾਈਫ ਬਾਰੇ, ਯਾਨੀ ਕਿ ਜਦ ਉਹ ਲੀਡਰ ਬਣ ਗਏ ਨੇ, ਐਮਐਲਏ ਬਣ ਗਏ, ਰਾਜਨੀਤੀ ਤੋਂ ਬਹੁਤ ਪਹਿਲਾਂ ਦਾ ਇਹਨਾਂ ਦਾ ਰਿਸ਼ਤਾ ਹੈ। ਲੇਕਿਨ ਇੱਕ ਬਹੁਤ ਅਹਿਮ ਗੱਲ ਤੁਸੀਂ ਕਹੀ ਸਰ, ਚੰਗਾ ਇਨਸਾਨ ਬਣਨਾ ਬੇहद ਜ਼ਰੂਰੀ ਹੈ ਨਾ। ਤੁਸੀਂ ਪੋਸਟ ਤੁਹਾਨੂੰ ਮਿਲ ਸਕਦੀ ਹੈ, ਲੇਕਿਨ ਚੰਗੇ ਇਨਸਾਨ ਬਹੁਤ ਹੀ ਘੱਟ ਬਣਦੇ ਹੈ। ਅਤੇ ਜਿਵੇਂ ਅਸੀਂ ਐਮਐਲਏ ਦੀ ਸੀਰੀਜ਼ ਦੇ ਵਿੱਚ ਤੁਹਾਨੂੰ ਰੋਜ਼ ਮਿਲਾ ਰਹੇ ਹਾਂ, ਅਤੇ ਐਮਐਲਏ ਜਿਹੜੇ ਸ਼ੀਤਲ ਨੇ, ਇਹਨਾਂ ਨੇ ਬਹੁਤ ਚੰਗੀ ਗੱਲਾਂ, ਅਤੇ ਇਸ ਤੋਂ ਇਲਾਵਾ ਜਿਹੜਾ ਉਹਨਾਂ ਦੀ ਆਪਣੇ ਹਲਕੇ ਵਾਸਤੇ ਐਸਪੀਰੇਸ਼ਨਸ ਨੇ, ਉਹ ਕੀ ਕਰਨਾ ਚਾਹੁੰਦੇ ਨੇ, ਸਭ ਤੋਂ ਪਹਿਲਾਂ ਕੀ ਖਤਮ ਕਰਨਾ ਚਾਹੁੰਦੇ ਹੈ, ਉਹ ਸਾਰਾ ਕੁਝ ਦੱਸਿਆ ਹੈ। ਤੇ ਅੱਗੇ ਵੀ ਤੁਹਾਨੂੰ ਹੋਰ ਐਮਐਲਏਸ ਦੇ ਨਾਲ ਮਿਲਾਉਣਗੇ ਤੇ ਦੱਸਣਗੇ ਕਿ ਉਹ ਉਹਨਾਂ ਦੇ ਜਿਹੜੇ ਆਪਣੇ ਹਲਕੇ ਵਾਸਤੇ ਕੀ ਪਲਾਨਸ ਨੇ। ਬਹੁਤ ਬਹੁਤ ਧੰਨਵਾਦ ਸਰ ਸਾਡੇ ਨਾਲ ਗੱਲਬਾਤ ਕਰਨ ਲਈ। ਜਿਹਨੇ ਤੁਹਾਡੇ ਸੋਤੇ ਸਾਰਿਆਂ ਨੂੰ ਫਿਰ ਮੇਰੀ ਇੱਕ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ। ਕੈਮਰਾ ਪਰਸਨ ਅਜੇ ਸਿੰਘ ਰਾਣਾ ਅਤੇ ਸ਼ਸ਼ੀਪਾਲ ਦੇ ਨਾਲ ਪੂਜਾ ਵਰਮਾ, ਪੰਜਾਬ ਟੁਡੇ।